ਪੱਗ ਨਹੀਂ ਝੁਕਾਈ, ਮੈਂ ਟੋਪੀ ਲੈ ਕੇ ਗਿਆ ਸੀ, ਗੱਲ ਤੇ ਵਾਜਬ ਨਾ ਹੋਈ। ਇੱਕ ਤਾਂਤਰਿਕ ਦੇ ਸਾਹਮਣੇ ਜਾ ਕੇ ਗਿੜਗਿੜਾਉਣਾ, ਸਰ ਕੰਮ ਨਹੀਂ ਚੱਲ ਰਿਹਾ, ਬਾਬਾ ਜੀ ਕੰਮ ਨਹੀਂ ਚੱਲ ਰਿਹਾ, ਕੰਮ ਅੱਗੇ ਨਹੀਂ ਵੱਧ ਰਿਹਾ, ਕੰਮ ਠੱਪ ਹੋ ਗਿਆ, ਕਰਜ਼ਾ ਬਹੁਤ ਹੋ ਗਿਆ, ਇਹ ਗੱਲਾਂ ਤੇ ਵਾਜਬ ਨਾ ਹੋਈਆਂ। ਜੇ ਆਰਥਿਕ ਮੰਦਹਾਲੀ ਦੀ ਗੱਲ ਕਰ ਲਈਏ, ਨਿੱਕੂ ਦੀ ਗੱਲ ਮੰਨ ਵੀ ਲਈਏ ਕਿ ਭਾਈ ਤੁਹਾਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ ਕਿ ਤੁਹਾਡੇ ਕੋਲ ਤੁਹਾਡੇ ਨਵੇਂ ਪ੍ਰੋਗਰਾਮ ਨਹੀਂ ਸੀ ਮਿਲ ਰਹੇ, ਐਲਬਮ ਨਹੀਂ ਸੀ ਚੱਲ ਰਹੀ, ਸਟੇਜ ਸ਼ੋਆਂ ਤੱਕ ਸੀਮਿਤ ਰਹਿ ਗਿਆ ਸੀ, ਤੇ ਫਿਰ ਤੁਹਾਨੂੰ ਫਾਈਟ ਆਊਟ ਕਰਨਾ ਚਾਹੀਦਾ ਸਿਸਟਮ ਦੇ ਵਿੱਚ। ਅੱਜ ਵੀ ਜਿਹੜਾ ਉਹਨਾਂ ਦਾ ਬਿਆਨ ਆਇਆ ਕਿ ਮੈਨੂੰ ਪੈਸੇ ਦੀ ਲੋੜ ਨਹੀਂ, ਦੇਸ਼ਾਂ ਵਿਦੇਸ਼ਾਂ ਵਿੱਚ ਫਿਰ ਜਾਈਏ, ਮਾਂ ਬੋਲੀ ਦੀ ਸੇਵਾ ਕਰੀਏ। ਮਾਂ ਬੋਲੀ ਦੀ ਸੇਵਾ ਠੀਕ ਹੈ, ਹੋਰ ਵੀ ਕਰਨ ਵਾਲੇ ਲੋਕ ਬਹੁਤ ਸਾਰੇ ਨੇ, ਤੇ ਸੇਵਾ ਤੋਂ ਉੱਪਰੋਂ ਮੇਵਾ ਕਿੰਨਾ ਕੁ ਚਾਹੀਦਾ ਸਾਨੂੰ, ਉਸ ਗੱਲ ਤੇ ਉਸਦੀ ਆ ਗਈ ਨਾ ਫਿਰ ਅਲਟੀਮੇਟਲੀ। ਪਰਿਵਾਰ ਨੇ ਪਹਿਲਾਂ ਇਲਜ਼ਾਮ ਲਾਏ ਨੇ, ਪਰਿਵਾਰਕ ਮੈਂਬਰ ਮਗਰ ਪਹੁੰਚੇ ਨੇ, ਉਹਨਾਂ ਦੇ ਭਾਈ ਨੇ ਪਹੁੰਚ ਕੇ ਉਹਨਾਂ ਦੇ ਮੈਨੇਜਰ ਪੀਏ ਤੇ ਜਿਹੜੀ ਉਹਨਾਂ ਨੇ ਸੁਧੀਰ ਸਾਂਗਵਾਨ ਤੇ ਸੁਖਵਿੰਦਰ ਵਾਸੀ ਦੇ ਖਿਲਾਫ ਜਿਹੜੇ ਸੀ ਇਲਜ਼ਾਮ ਲਾਏ। ਹੁਣ ਜਦੋਂ ਪੋਸਟਮਾਰਟਮ ਦੀ ਜਾਂ ਆਟੋਪਸੀ ਦੀ ਇਨੀਸ਼ੀਅਲ ਰਿਪੋਰਟ ਆ ਗਈ ਤਾਂ ਉਸ ਵਿੱਚ ਜੋ ਖੁਲਾਸਾ ਹੁੰਦਾ ਹੈ ਉਸ ਨਾਲ ਤੇ ਸਵਾਲ ਹੀ ਸਵਾਲ ਖੜੇ ਹੁੰਦੇ ਨੇ। ਉਹ ਡਾਕਟਰ ਨੂੰ ਤੇ ਉਸ ਪੁਲਿਸ ਅਫਸਰ ਨੂੰ ਹੁਣ ਬਿਠਾ ਕੇ ਪੁੱਛਿਆ ਜਾਣਾ ਬਣਦਾ ਹੈ ਕਿ ਭਾਈ ਤੁਸੀਂ ਕਿਸ ਬੇਸ ਤੇ ਕਹਿ ਦਿੱਤਾ ਸੀ ਕਿ ਹਾਰਟ ਅਟੈਕ ਦੀ ਮੌਤ ਹੈ, ਕੁਦਰਤੀ ਮੌਤ ਹੈ, ਤੇ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ। ਬਦਕਿਸਮਤੀ ਦੀ ਗੱਲ ਇਹ ਹੈ ਕਿ ਸੋਨਾਲੀ ਫਗਾੜ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਭੇਦ ਭਰੇ ਹਾਲਾਤਾਂ ਦੇ ਵਿੱਚ, ਤੇ ਉਸਦੀ ਇੱਕ ਬੱਚੀ ਹੈ ਜੋ ਉੱਥੇ ਹੀ ਮੌਜੂਦ ਹੈ, ਔਰ ਉਹ ਵੀ ਜਿਹੜਾ ਹੈ ਉਹ ਪੱਤਰਕਾਰਾਂ ਦੇ ਸਾਹਮਣੇ ਉਹ ਆਖ ਰਹੀ ਹੈ ਕਿ ਮੇਰੀ ਮਾਂ ਨਾਲ ਕਤਲ ਕੀਤਾ ਗਿਆ, ਮੇਰੀ ਮਾਂ ਨੂੰ ਆਹ ਹੋ ਸਕਦਾ ਹੈ। ਮੀਟਿੰਗ ਵਿੱਚ ਕੁਝ ਵਿਧਾਇਕ ਗੈਰ ਹਾਜ਼ਰ ਦੱਸੇ ਗਏ ਤੇ ਉਹਨਾਂ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਇੱਕ ਜੇਲ੍ਹ ਵਿੱਚ ਹੈ, ਕੋਈ ਵੀਡੀਓ ਕਾਲ ਦੇ ਜ਼ਰੀਏ ਹੈ, ਕੋਈ ਕਿਸੇ ਤਰੀਕੇ ਆਇਆ, ਪਰ ਜਿਹੜੇ ਗੈਰ ਹਾਜ਼ਰ ਦੱਸੇ ਗਏ ਉਹਨਾਂ ਬਾਰੇ ਸ਼ੱਕ ਸ਼ੁਬਾ ਖੜੇ ਹੁੰਦੇ ਨੇ ਕਿ ਕੁਝ ਨਾ ਕੁਝ ਤੇ ਦਾਲ ਵਿੱਚ ਕਾਲਾ ਹੈ। ਹੁਣ ਦਿੱਲੀ ਵਾਲੀ ਪਾਲਿਸੀ ਗਲਤ ਹੈ, ਠੀਕ ਹੈ, ਤਾਂ ਪਤਾ ਲੱਗ ਜਾਵੇਗਾ, ਪਰ ਪਾਲਿਸੀ ਤੇ ਕਿਤੇ ਦੀ ਵੀ ਹੋ ਸਕਦੀ। ਹੁਣ ਐਕਸਾਈਜ਼ ਦੇ ਮਾਮਲੇ ਦੇ ਵਿੱਚ ਕੀ ਸੁਖਬੀਰ ਸਿੰਘ ਬਾਦਲ ਇਹ ਦੱਸ ਸਕਦੇ ਨੇ ਕਿ ਉਹਨਾਂ ਦੀ ਸਰਕਾਰ ਦੇ ਵੇਲੇ ਸਾਰੇ ਜਦੋਂ ਰੌਲਾ ਪਾ ਰਹੇ ਸੀ ਕਿ ਨਜਾਇਜ਼ ਸ਼ਰਾਬ ਜਿਹੜੀ ਵਿਕਦੀ ਹੈ, ਜਿਹੜੀ ਫੈਕਟਰੀਆਂ ਤੋਂ ਸਿੱਧੀ ਲੋਕਾਂ ਤੱਕ ਟਰੱਕਾਂ ਦੇ ਟਰੱਕ ਪਹੁੰਚ ਜਾਂਦੇ ਨੇ, ਤੇ ਆਮ ਲੋਕ ਜਿਹੜੇ ਇਸ ਕਿਸਮ ਦਾ ਕੰਮ ਕਰਦੇ ਸੀ ਉਹ ਕਹਿੰਦੇ ਸੀ ਕਿ ਤੁਸੀਂ ਇੱਕ ਟਰੱਕ ਵੇਚ ਲਓ ਤੇ ਤੁਹਾਨੂੰ 15 ਲੱਖ ਰੁਪਈਆ ਜੇਬ ਦੇ ਵਿੱਚ ਪੈ ਜਾਂਦਾ, ਤੇ ਉਹ ਕਿੰਨੇ ਲੋਕਾਂ ਨੇ ਕੰਮ ਕੀਤਾ ਸ਼ਰੇਆਮ। ਪੂਰਾ ਗੋਲੀ ਕਾਂਡ ਜਦੋਂ ਵਾਪਰਿਆ ਸੀ ਉਸ ਤੋਂ ਬਾਅਦ ਸਰਕਾਰ ਵੀ ਬਦਲ ਗਈ ਹੈ, ਮੁੱਖ ਮੰਤਰੀ ਵੀ ਦੋ ਵਾਰੀ ਬਦਲ ਗਏ ਨੇ, ਪਰ ਕੁਝ ਉਸ ਵਿੱਚ ਕੁਝ ਹੋਇਆ ਨਹੀਂ। ਲੋਕਤੰਤਰ ਦਾ ਤਮਾਸ਼ਾ ਜਿਹਾ ਹੋਣ ਲੱਗ ਪਿਆ। ਜਦੋਂ ਕਿਸੇ ਨੂੰ ਜਾਂਚ ਲਈ ਬੁਲਾਇਆ ਜਾਂਦਾ ਤੇ ਸਹਿਯੋਗ ਦੇਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਸਾਡੇ ਐਕਸਪਰਟ ਕੁਲਦੀਪ ਸਿੰਘ ਹੀਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਸਵਲੀਨ, ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਕੁਲਦੀਪ ਜੀ, ਅੱਜ ਅਸੀਂ ਦਰਸ਼ਕਾਂ ਨੂੰ ਦੱਸਣਾ ਹੈ ਕਿ ਜਿਹੜਾ ਇੰਦਰਜੀਤ ਨਿੱਕੂ ਦਾ ਜਿਹੜਾ ਮਸਲਾ ਬਹੁਤ ਭਖ ਗਿਆ ਉਹਦੇ ਬਾਰੇ ਗੱਲਬਾਤ ਕਰਾਂਗੇ, ਤੇ ਕੇਜਰੀਵਾਲ ਨੇ ਇੱਕ ਬਹੁਤ ਵੱਡਾ ਦਾਅਵਾ ਕੀਤਾ ਹੈ। ਉਹ ਦਾਅਵਾ ਕਿੰਨਾ ਸੱਚਾ ਹੈ, ਕਿੰਨਾ ਝੂਠਾ ਹੈ, ਉਹ ਵੀ ਅਸੀਂ ਦਰਸ਼ਕਾਂ ਨੂੰ ਅੱਜ ਦੱਸਣਾ ਹੈ। ਤੇ ਸੋਨਾਲੀ ਫੋਗਾਟ ਦੀ ਮੌਤ ਪਿੱਛੇ ਰਾਜ਼ ਕੀ ਹੈ, ਕਤਲ ਹੋ ਗਿਆ ਜਾਂ ਕੁਦਰਤੀ ਮੌਤ ਹੈ, ਉਹ ਵੀ ਅਸੀਂ ਗੱਲ ਛੇੜਾਂਗੇ। ਤੇ ਆਮ ਆਦਮੀ ਪਾਰਟੀ ਦੇ ਘਪਲੇ ਘੁਟਾਲੇ ਤੇ ਰੋਜ਼ ਸੁਣਦੇ ਆ, ਹੁਣ ਸੁਖਬੀਰ ਸਿੰਘ ਬਾਦਲ ਨੇ ਇੱਕ ਘੁਟਾਲਾ ਨਸ਼ਰ ਕਰਤਾ ਹੈ, ਤੇ ਉਹ ਵੀ ਅਸੀਂ ਦਰਸ਼ਕਾਂ ਨੂੰ ਅੱਜ ਦੱਸਣਾ। ਤੇ ਸ਼ੁਰੂਆਤ ਕਰਦੇ ਹਾਂ ਇੰਦਰਜੀਤ ਨਿੱਕੂ ਦੇ ਮਸਲੇ ਤੋਂ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਨਿੱਕੂ ਕਿਸੇ ਨੂੰ ਆਪਣੀ ਸਮੱਸਿਆ ਦੱਸਦੇ ਨੇ। ਉਹ ਵੀਡੀਓ ਏਦਾਂ ਅੱਗ ਵਾਂਗੂ ਫੈਲ ਜਾਂਦੀ ਹੈ ਕਿ ਨਿੱਕੂ ਨੂੰ ਸਰਦਾਰੀ ਦੀ ਆੜ ਤੇ ਲੋਕ ਫਿਰ ਮਾੜਾ ਚੰਗਾ ਵੀ ਕਹਿੰਦੇ ਨੇ, ਕੁਝ ਲੋਕ ਉਹਦੀ ਹਮਾਇਤ ਵਿੱਚ ਵੀ ਆਉਂਦੇ ਨੇ। ਨਿੱਕੂ ਵੀ ਇੱਕ ਪੋਸਟ ਪਾਉਂਦਾ। ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਜੋ ਕੁਝ ਕੱਲ ਦਾ ਹੋ ਰਿਹਾ, ਜੋ ਅਸੀਂ ਦੇਖ ਰਹੇ ਹਾਂ, ਜੋ ਅਸੀਂ ਸੁਣ ਰਹੇ ਹਾਂ, ਕੀ ਉਹ ਸਹੀ ਹੈ? ਕਿੱਧਰਲੇ ਪਾਸੇ ਨੂੰ ਤੁਰ ਗਈ ਇਹ ਗੱਲ? ਸਵਲੀਨ, ਬਹੁਤ ਸਾਲ ਪਹਿਲਾਂ ਜਦੋਂ ਦਿਲਜੀਤ ਦੋਸਾਂਝ ਨੂੰ ਮੈਂ ਪਹਿਲੀ ਵਾਰ ਵੇਖਿਆ ਸੀ ਤੇ ਕੈਨੇਡਾ ਵਿੱਚ ਉਹ ਸ਼ੋਅ ਕਰਨ ਗਏ ਹੋਏ ਸੀ, ਉੱਥੇ ਸ਼ੋਅ ਕਰਨ ਦੇ ਵੇਲੇ ਜਦੋਂ ਮੈਂ ਉਹਨਾਂ ਨੂੰ ਪਰਸਨਲ ਤੌਰ ਤੇ ਮਿਲਿਆ ਤੇ ਉਹਨਾਂ ਨੂੰ ਬੇਸਿਕਲੀ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਜਿਵੇਂ ਇਹ ਨੌਜਵਾਨ ਇੰਦਰਜੀਤ ਨਿੱਕੂ ਨੂੰ ਫੋਲੋ ਕਰਦਾ ਰਿਹਾ ਹੋਵੇ ਕਿਸੇ ਨਾ ਕਿਸੇ ਸਮੇਂ ਤੇ, ਔਰ ਪੱਗ ਬੰਨ੍ਹ ਕੇ ਸਟੇਜ ਤੇ ਆਉਣਾ ਤੇ ਸਟੇਜ ਤੇ ਆ ਕੇ ਉਸ ਪੱਗ ਦੀ ਗੱਲ ਵੀ ਕਰਨੀ ਤੇ ਕਹਿਣਾ ਕਿ ਮੈਂ ਇਹ ਪੱਗ ਬੰਨ੍ਹ ਕੇ ਹੀ ਸਾਰੀ ਜ਼ਿੰਦਗੀ ਇਹ ਆਪਣੇ ਕੰਮ ਕਾਜ ਕਰਦੇ ਰਹਾਂਗਾ। ਇੰਦਰਜੀਤ ਨਿੱਕੂ ਦੇ ਬਾਰੇ ਵੀ ਇਹ ਗੱਲ ਹੈ ਕਿ ਪੰਜਾਬ ਦੇ ਵਿੱਚ ਜਦੋਂ
ਇਹ ਗੱਲ ਮੰਨ ਲਈ ਜਾਂਦੀ ਸੀ ਕਿ ਸ਼ੋਅਬਿਜ਼ ਦੇ ਵਿੱਚ ਜਿਸ ਨੇ ਆਉਣਾ ਹੈ, ਜਿਸ ਨੇ ਇਸ ਖੇਤਰ ਦੇ ਵਿੱਚ ਸੰਗੀਤ ਦੇ ਖੇਤਰ ਜਾਂ ਫਿਲਮਾਂ ਦੇ ਖੇਤਰ 'ਚ ਕਿਸੇ ਨੇ ਹੀਰੋ ਬਣਨਾ ਹੈ, ਕਿਸੇ ਨੇ ਗਾਇਕ ਬਣਨਾ ਹੈ, ਜੀ, ਤੇ ਉਸਨੂੰ ਕਟਿੰਗ ਕਰਵਾਉਣੀ ਜਾਂ ਉਸਨੂੰ ਬਿਨਾਂ ਪੱਗ ਤੋਂ ਹੋਣਾ ਉਸਦਾ ਜ਼ਰੂਰੀ ਹੈ। ਬਿਲਕੁਲ। ਇੱਕ ਅਨਓਫੀਸ਼ੀਅਲ ਜਿਹੀ ਸ਼ਰਤ ਜਿਹੜੀ ਹੈ ਬਣੀ ਹੋਈ ਸੀ, ਹਾਲਾਂਕਿ ਪਗੜੀਧਾਰੀ ਲੋਕ ਇਸ ਦੇ ਵਿੱਚ ਕਾਫੀ ਸਨ। ਹੂੰ, ਪਰ ਇੰਦਰਜੀਤ ਨਿੱਕੂ ਨੇ ਨਵੇਂ ਜ਼ਮਾਨੇ ਦੀ ਪੱਗ, ਜੋ ਉਸੇ ਮੋਰਨੀ ਸਟਾਈਲ ਦੀ ਪੱਗ ਜਿਹੜੀ ਸੀ, ਉਹ ਮਸ਼ਹੂਰ ਕਰ ਦਿੱਤੀ। ਨੌਜਵਾਨਾਂ ਨੇ ਉਸਨੂੰ ਫੋਲੋ ਵੀ ਕੀਤਾ ਹੂੰ, ਔਰ ਬੜੀ ਠੋਕ ਕੇ ਟਿਕਾ ਕੇ ਪੱਗ ਬੰਨਣੀ। ਇੰਦਰਜੀਤ ਨਿੱਕੂ ਨਸੀਬੋ ਚੇਤੇ ਕਰਦੀ ਆ, ਇਸ ਤਰ੍ਹਾਂ ਦਾ ਉਹਨਾਂ ਦੀ ਐਲਬਮ ਪਹਿਲਾਂ ਆਈ ਸੀ ਔਰ ਫਿਰ ਹੌਲੀ ਹੌਲੀ ਉਹ ਅਗਾਂਹ ਵੱਧਦੇ ਗਏ ਦੇਸ਼ਾਂ ਵਿਦੇਸ਼ਾਂ ਵਿੱਚ ਸ਼ੋਅ ਤੇ ਸ਼ੋਅਬਿਜ਼ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਸੀ ਉਹ ਪ੍ਰਚਲਿਤ ਹੋ ਗਿਆ। ਫਿਰ ਪੰਜਾਬ ਦੇ ਵਿੱਚ ਮਿਊਜ਼ਿਕ ਇੰਡਸਟਰੀ ਦਾ ਜਦੋਂ ਮਾਹੌਲ ਬਦਲਦਾ ਹੈ ਤੇ ਇੰਨੀ ਜ਼ਿਆਦਾ ਗਿਣਤੀ ਹੋ ਜਾਂਦੀ ਹੈ ਗਾਇਕਾਂ ਦੀ, ਔਰ ਇਸ ਫੀਲਡ ਦਾ ਇੰਨਾ ਵੱਡਾ ਵਿਸਥਾਰ ਹੋ ਜਾਂਦਾ ਹੈ, ਇਸ ਦੇ ਨਾਲ ਹੋਰ ਬਹੁਤ ਸਾਰੀਆਂ ਪਰਤਾਂ ਖੁੱਲ੍ਹਦੀਆਂ ਨੇ, ਜਿਸ ਵਿੱਚ ਕਈ ਕਿਸਮ ਦੇ ਜਿਹੜੇ ਨੇ ਉਹ ਸਿਸਟਮ ਸਾਹਮਣੇ ਆਉਂਦੇ ਨੇ, ਜਿਸ ਵਿੱਚ ਪੈਸੇ ਦਾ ਲੈਣ ਦੇਣ ਵੀ ਹੈ, ਧੱਕੇਸ਼ਾਹੀ ਵੀ ਹੈ, ਔਰ ਸੋਸ਼ਲ ਮੀਡੀਆ ਦਾ ਆਗਮਨ ਹੁੰਦਾ ਹੈ। ਫਿਰ ਸਾਰਾ ਕੁਝ ਜਿਹੜਾ ਨਾ ਇੱਕ ਇੱਕ ਪਰਤ ਤੋਂ ਪਰਤ ਜਿਹੜੀ ਹੈ ਖੁੱਲ੍ਹਦੀ ਜਾਂਦੀ ਹੈ। ਜੀ, ਹੁਣ ਦਲਜੀਤ ਦੋਸਾਂਝ ਨੇ ਮਦਦ ਜਿਹੜੀ ਆਫਰ ਕੀਤੀ ਹੈ ਕਿ ਮੈਂ ਹੂੰ, ਤੁਹਾਨੂੰ ਵੇਖ ਕੇ ਪੱਗ ਬੰਨਣੀ ਸ਼ੁਰੂ ਕੀਤੀ ਸੀ, ਤੇ ਭਾਜੀ ਤੁਸੀਂ ਮੇਰੀ ਇੱਕ ਫਿਲਮ ਦੇ ਵਿੱਚ ਵੀ, ਇੱਕ ਅਗਲੀ ਫਿਲਮ 'ਚ ਇੱਕ ਗਾਣਾ ਪਲੀਜ਼ ਗਾ ਦਿਓ। ਜੀ, ਮੈਂ ਸਮਝਦਾ ਕਿ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਇਹ ਮਦਦ ਦੀ ਪੇਸ਼ਕਸ਼ ਕੀਤੀ ਹੈ। ਹੂੰ, ਉਹ ਕੁਝ ਵੀ ਲਿਖ ਸਕਦੇ ਸੀ, ਪਰ ਇਹ ਤੋਂ ਬਿਹਤਰ ਮੇਰੇ ਹਿਸਾਬ ਨਾਲ ਉਹ ਕੋਈ ਪੇਸ਼ਕਸ਼ ਨਹੀਂ ਸੀ ਕਰ ਸਕਦੇ ਕਿ ਪਲੀਜ਼ ਮੇਰੇ ਲਈ ਗਾਣਾ ਗਾ ਦਿਓ। ਹਾਲਾਂਕਿ ਹਾਲਾਤਾਂ ਦਾ ਸਭ ਨੂੰ ਪਤਾ ਹੈ। ਹੂੰ, ਦਲਜੀਤ ਦੋਸਾਂਝ ਦਲਜੀਤ ਹੈ, ਉਹ ਦਿਲ ਜਿੱਤ ਲੈਂਦਾ। ਉਸ ਤੇ ਤੁਸੀਂ ਲੱਖ ਕਿੰਤੂ ਪ੍ਰੰਤੂ ਕਰ ਲਓ, ਨੇ ਆਹ ਗਾ ਦਿੱਤਾ, ਉਹ ਗਾ ਦਿੱਤਾ, ਫਲਾਨੀ ਜਗ੍ਹਾ ਤੇ ਸਟੈਂਡ ਨਹੀਂ ਲਿਆ, ਆਹ ਨਹੀਂ ਲਿਆ, ਪਰ ਕੁਝ ਗੱਲਾਂ ਕਰਕੇ ਉਸਨੇ ਦਿਲ ਜਿੱਤਿਆ ਲੋਕਾਂ ਦਾ, ਜਿਸ ਵਿੱਚ ਉਹ ਸਭ ਤੋਂ ਪ੍ਰਮੁੱਖ ਮੇਰੇ ਜਾਚੇ ਜਾਂ ਮੇਰੀ ਨਜ਼ਰੇ ਜਿਹੜੀ ਗੱਲ ਉਹਨਾਂ ਦੀ ਆਉਂਦੀ ਆ, ਉਹ ਹੈ ਕਿਸਾਨ ਅੰਦੋਲਨ ਵਿੱਚ ਉਹਨਾਂ ਦੀ ਸ਼ਮੂਲੀਅਤ। ਬਿਲਕੁਲ। ਜਿਸ ਲੈਵਲ ਤੇ ਉਹ ਪਹੁੰਚ, ਹੋਰ ਵੀ ਲੋਕ ਆਏ ਨੇ ਆਰਟਿਸਟ ਹੂੰ, ਪੰਜਾਬ ਦੇ, ਪਰ ਜਿਸ ਲੈਵਲ ਤੇ ਬਾਲੀਵੁੱਡ ਦੇ ਵਿੱਚ ਪੈਰ ਰੱਖ ਚੁੱਕੇ ਸੀ ਦਲਜੀਤ, ਜੀ, ਔਰ ਜਿਸ ਤਰੀਕੇ ਨਾਲ ਉੱਥੇ ਪੈਰ ਜਮਾ ਚੁੱਕੇ ਸੀ ਤੇ ਇੰਡਸਟਰੀ ਦੇ ਵਿੱਚ ਸਥਾਪਿਤ ਹੋ ਚੁੱਕੇ ਆ, ਹੂੰ, ਉਹਨਾਂ ਦਾ ਉੱਥੋਂ ਨਿਕਲ ਕੇ ਇਸ ਤਰ੍ਹਾਂ ਦਹਾੜ ਮਾਰਨੀ ਜਿਹੜੀ ਹੈ ਉਹ ਬਹੁਤ ਵੱਡੀ ਗੱਲ ਸੀ। ਪੈਸੇ ਦੀ ਮਦਦ ਇਹ ਵੀ ਇੱਕ ਅਲੱਗ ਚੀਜ਼ ਹੈ, ਹੂੰ, ਪਰ ਉੱਥੇ ਪਹੁੰਚ ਕੇ ਹਾਜ਼ਰ ਹੋ ਕੇ ਤੇ ਕਿਸਾਨ ਅੰਦੋਲਨ ਦੀ ਭੰਡੀ ਕਰਨ ਵਾਲਿਆਂ ਦੇ ਮਗਰ ਪੈ ਕੇ ਸੋਸ਼ਲ ਮੀਡੀਆ ਤੇ ਕੰਗਨਾ ਰਣੌਤ ਦਾ ਜਿਹੜੀ ਮੈਂ ਐਗਜ਼ਾਮਪਲ ਮੈਂ ਇੱਥੇ ਦੇਣੀ ਚਾਹਾਂਗਾ, ਜੀ, ਉਸਨੂੰ ਚੁੱਪ ਕਰਾਉਣ ਵਾਲਿਆਂ ਦੇ ਵਿੱਚ ਦਲਜੀਤ ਦਾ ਨਾਮ ਜਿਹੜਾ ਸਭ ਤੋਂ ਸਿਖਰ ਤੇ ਹੈ। ਹੂੰ, ਹੁਣ ਦਲਜੀਤ ਨੇ ਸਟੈਂਡ ਲਿਆ ਸੀ, ਉਦੋਂ ਵੀ ਸਟੈਂਡ ਲੈ ਲੈਂਦਾ ਉਹ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਗੱਲ ਕਰਾਂਗਾ ਕਿ ਮਦਦ ਚੰਗੀ ਗੱਲ ਹੈ। ਇੰਦਰਜੀਤ ਨਿੱਕੂ ਦੀ ਮਦਦ ਲਈ ਲੋਕ ਬੌੜੇ ਨੇ, ਹਰਭਜਨ ਮਾਨ ਨੇ ਸ਼ਾਬਾਸ਼ ਦਿੱਤੀ ਹੈ, ਉਹਨਾਂ ਨੇ ਆਪਣੇ ਤਰੀਕੇ ਨਾਲ ਦਿੱਤੀ ਹੈ, ਉਹ ਵੀ ਬਹੁਤ ਵਧੀਆ ਤਰੀਕਾ ਉਹਨਾਂ ਦਾ। ਜੀ, ਹੁਣ ਗੱਲ ਇਹ ਹੈ ਕਿ ਮਦਦ ਕੌਣ ਕਿਸ ਤਰ੍ਹਾਂ ਕਰੇਗਾ, ਕੀ ਉਹਨਾਂ ਤੋਂ ਗੀਤ ਗਵਾਏਗਾ, ਕੋਈ ਉਹਨਾਂ ਨੂੰ ਗੀਤ ਲਿਖ ਕੇ ਦੇਵੇਗਾ, ਕੋਈ ਮਿਊਜ਼ਿਕ ਡਾਇਰੈਕਟਰ ਉਹਦੀ ਮਦਦ ਕਰੇਗਾ, ਕੋਈ ਕੰਪਨੀ ਉਹਨਾਂ ਦੀ ਐਲਬਮ ਰਿਲੀਜ਼ ਕਰੇਗੀ। ਦੁਬਾਰਾ ਇੰਦਰਜੀਤ ਨਿੱਕੂ ਲਈ ਜ਼ੀਰੋ ਤੋਂ ਸਟਾਰਟ ਹੋਣ ਵਾਲੀ ਗੱਲ ਹੈ, ਬਿਲਕੁਲ। ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਪ੍ਰਵਾਨ ਹੋਣ ਲਈ ਉਹਨਾਂ ਨੂੰ ਉਹੋ ਹੀ ਲੈ, ਸੁਰ, ਤਾਲ ਸਭ ਕੁਝ ਜਿਹੜਾ ਤੇ ਲੋਕਾਂ ਦੇ ਦਿਲ ਨੂੰ ਟੱਚ ਕਰਨਾ ਪਏਗਾ। ਹੂੰ, ਕੀ ਉਹ ਕਰ ਸਕਣਗੇ? ਇਹ ਸਵਾਲ ਸਮੇਂ ਦੇ ਗਰਭ ਵਿੱਚ ਹੈ। ਮਦਦ ਚੰਗੀ ਗੱਲ ਹੈ, ਪਰ ਜਿਹੜਾ ਉਸਦਾ ਤੌਰ ਤਰੀਕਾ, ਜਿਸ ਤਰੀਕੇ ਨਾਲ ਮਦਦ ਹੋਣੀ ਸ਼ੁਰੂ ਹੋਈ ਹੈ, ਮੈਂ ਉਸ ਤੋਂ ਖੁਸ਼ ਨਹੀਂ। ਹੂੰ, ਹੁਣ ਅੱਜ ਪੰਜਾਬ ਦੇ ਸਾਡੇ ਮੀਡੀਆ ਦੇ ਭਾਈ ਕਿ ਲੱਤਾਂ ਨਾ ਖਿੱਚੋ, ਲੱਤਾਂ ਖਿੱਚਣ ਦੀ ਗੱਲ ਨਹੀਂ। ਅਸੀਂ ਇੰਦਰਜੀਤ ਨਿੱਕੂ ਦੀਆਂ ਲੱਤਾਂ ਖਿੱਚਣ ਵਾਲੇ ਕੌਣ ਆ? ਬਿਲਕੁਲ। ਲੱਤਾਂ ਨਹੀਂ ਖਿੱਚ ਰਹੇ। ਹੂੰ, ਤੇ ਇੰਦਰਜੀਤ ਨਿੱਕੂ ਨੇ ਜਿਸ ਤਰ੍ਹਾਂ ਜੇ ਉਹ ਕਿਸੇ ਇੱਕ ਸਟੇਟਸ ਨੂੰ ਰੱਖਦੇ ਸੀ ਮੇਨਟੇਨ, ਪੱਗ ਵਾਲਾ ਸਟੇਟਸ ਹੈ ਜਾਂ ਕੋਈ ਹੋਰ ਹੈ, ਤੇ ਉਹ ਕਹਿੰਦੇ ਮੈਂ ਉੱਥੇ ਗਿਆ ਸੀ, ਪੱਗ ਨਹੀਂ ਝੁਕਾਈ, ਮੈਂ ਟੋਪੀ ਲੈ ਕੇ ਗਿਆ ਸੀ, ਇਹ ਗੱਲ ਤੇ ਵਾਜਬ ਨਾ ਹੋਈ। ਹੂੰ, ਇੱਕ ਤਾਂਤਰਿਕ ਦੇ ਸਾਹਮਣੇ ਜਾ ਕੇ ਗਿੜਗਿੜਾਉਣਾ, ਸਰ ਕੰਮ ਨਹੀਂ ਚੱਲ ਰਿਹਾ, ਬਾਬਾ ਜੀ ਕੰਮ ਨਹੀਂ ਚੱਲ ਰਿਹਾ, ਕੰਮ ਅੱਗੇ ਨਹੀਂ ਵੱਧ ਰਿਹਾ, ਹੂੰ, ਕੰਮ ਠੱਪ ਹੋ ਗਿਆ, ਕਰਜ਼ਾ ਬਹੁਤ ਹੋ ਗਿਆ, ਇਹ ਗੱਲਾਂ ਤੇ ਵਾਜਬ ਨਾ ਹੋਈਆਂ। ਪੱਗ ਰੱਖ ਕੇ ਤੇ ਕੱਪੜੇ ਦੇ ਨਾਲ ਨਹੀਂ ਨਾ ਗੱਲ ਬਣਦੀ, ਇਸ ਦੇ ਨਾਲ ਤਾਂ ਬਹੁਤ ਕੁਝ ਜ਼ਿੰਮੇਵਾਰੀ ਆ ਪੈਂਦੀ ਹੈ। ਜੇ ਆਰਥਿਕ ਮੰਦਹਾਲੀ ਦੀ ਗੱਲ ਕਰ ਲਈਏ, ਨਿੱਕੂ ਦੀ ਗੱਲ ਮੰਨ ਵੀ ਲਈਏ ਕਿ ਭਾਈ ਤੁਹਾਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ ਕਿ ਤੁਹਾਡੇ ਕੋਲ ਤੁਹਾਡੇ ਨਵੇਂ ਪ੍ਰੋਗਰਾਮ ਨਹੀਂ ਸੀ ਮਿਲ ਰਹੇ, ਐਲਬਮ ਨਹੀਂ ਸੀ ਚੱਲ ਰਹੀ, ਸਟੇਜ ਸ਼ੋਆਂ ਤੱਕ ਸੀਮਿਤ ਰਹਿ ਗਿਆ ਸੀ, ਤੇ ਫਿਰ ਤੁਹਾਨੂੰ ਫਾਈਟ ਆਊਟ ਕਰਨਾ ਚਾਹੀਦਾ ਸਿਸਟਮ ਦੇ ਵਿੱਚ। ਤੁਸੀਂ ਵੈਸੇ ਕਿਸੇ ਕੋਲੋਂ ਮਦਦ ਲੈ ਲਓ, ਉਹਨਾਂ ਨੂੰ ਇਕੱਠੇ ਕਰੋ। ਹੁਣ ਇੰਦਰਜੀਤ ਨਿੱਕੂ ਦੀ ਮੈਂ ਸਵਾਲ ਪੁੱਛਦਾ ਕਿ ਕੀ ਉਹ ਹੋ ਸਕਦਾ ਕੀਤੀ ਹੋਵੇ ਇੱਥੇ? ਹੂੰ, ਤੇ ਜਦੋਂ ਉਹਨਾਂ ਦੀ, ਜਿਵੇਂ ਕਹਿੰਦੇ ਨੇ ਕਿ ਉਹ ਜਦੋਂ ਉਹਨਾਂ ਦੀ ਬਹੁਤ ਚੜ੍ਹਾਈ ਸੀ ਤੇ ਪੰਜਾਬੀ ਇੰਡਸਟਰੀ ਵਿੱਚ ਵੱਡਾ ਨਾਮ ਸੀ, ਉਹਨਾਂ ਨੇ ਇਸ ਤਰ੍ਹਾਂ ਕਿੰਨੇ ਕੁ ਦੀ ਮਦਦ ਕੀਤੀ ਹੋਵੇਗੀ? ਜੀ, ਹੋ ਸਕਦਾ ਕੀਤੀ ਵੀ ਹੋਵੇ, ਪਰ ਓਵਰਆਲ ਅਸੀਂ ਇਸ ਤਰ੍ਹਾਂ ਦਾ ਸਿਸਟਮ ਡਿਵੈਲਪ ਨਹੀਂ ਕਰ ਸਕੇ, ਖਾਸ ਤੌਰ ਤੇ ਆਰਟਿਸਟਾਂ, ਲੇਖਕਾਂ ਦੇ ਮਾਮਲੇ ਵਿੱਚ। ਬਿਲਕੁਲ। ਖਿਡਾਰੀਆਂ ਨੇ ਵੀ ਬਹੁਤ ਆਰਥਿਕ ਮੰਦਹਾਲੀ ਦੇ ਦਿਨ ਦੇਖੇ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ, ਪਰ ਉਹਨਾਂ ਦੇ ਕੋਲ ਕਈ ਵਾਰੀ ਸਪੋਰਟ ਸਿਸਟਮ ਹੋ ਜਾਂਦਾ ਹੈ, ਕਿਉਂਕਿ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਸਿਸਟਮ ਮਿਲ ਜਾਂਦਾ ਹੈ। ਪਰ ਜਦੋਂ ਤੱਕ ਆਰਟਿਸਟਾਂ ਦੀ ਤੇ ਲੇਖਕਾਂ ਦੀ ਗੱਲ ਆਉਂਦੀ ਹੈ, ਤੇ ਫਿਰ ਸਾਡੇ ਮੂਹਰੇ ਪਤਾ ਨਹੀਂ ਕਿੰਨੀਆਂ ਇੱਕ ਐਗਜ਼ਾਮਪਲਸ ਆ ਜਾਂਦੀਆਂ ਨੇ, ਜੋ ਬਹੁਤ ਸਾਰੇ ਸਾਡੇ ਸ਼ਾਇਰ, ਲੇਖਕ, ਗਾਇਕ
ਆਰਥਿਕ ਮੰਦਹਾਲੀ ਨਾਲ ਜੂਝਦੇ ਜਹਾਨ ਤੋਂ ਤੁਰ ਗਏ। ਜੀ। ਗੁਰਮੀਤ ਬਾਵਾ ਨਾਲ ਇੱਕ ਵਾਰੀ ਮੇਰੀ ਗੱਲਬਾਤ ਹੋ ਰਹੀ ਸੀ, ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਭਈ ਸੱਭਿਆਚਾਰ ਦੀ ਸੇਵਾ ਦੀ ਗੱਲ ਕਰਦੇ ਆ ਨੌਜਵਾਨ ਜਿਹੜੇ ਅੱਜ ਕੱਲ੍ਹ ਦੇ ਗਾਇਕ ਨੇ, ਪੰਜਾਬੀ ਮਾਂ ਬੋਲੀ ਦੀ ਸੇਵਾ ਹੈ, ਉਹ ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗੇ, ਕਹਿੰਦੇ ਅਸੀਂ ਤਾਂ ਕਹਿੰਦੇ ਬੁੱਢੇ ਹੋ ਗਏ ਆ ਇਹ ਕੰਮ ਕਰਦੇ ਕਰਦੇ, ਸਾਨੂੰ ਤੇ ਸੱਭਿਆਚਾਰ ਦਾ ਤੇ ਮਾਂ ਬੋਲੀ ਦੀ ਸੇਵਾ ਕਰਨ ਦਾ ਪਤਾ ਹੀ ਨਹੀਂ ਲੱਗਾ ਅੱਜ ਤਾਈਂ। ਇਹ ਸੇਵਾ ਹੁੰਦੀ ਕਿਵੇਂ ਹੈ? ਅਸੀਂ ਤੇ ਇਹਦਾ ਖੱਟਿਆ ਖਾਣ ਡਏ ਆ, ਇਸੇ ਦੀ ਆਮਦਨੀ ਸਾਨੂੰ ਆ ਰਹੀ ਹੈ, ਇਸੇ ਨਾਲ ਅਸੀਂ ਜੀਵਨ ਜਿਹੜਾ ਅੱਗੇ ਤੋਰਿਆ। ਪਰ ਉਹਨਾਂ ਨੇ ਆਪਣਾ ਖੂਬ ਗਾਵਿਆ ਆਪਣੇ ਸਮੇਂ ਦੇ ਵਿੱਚ, ਔਰ ਚੰਗੀ ਉਮਰ ਭੋਗ ਕੇ ਗਏ ਨੇ। ਇੰਦਰਜੀਤ ਨਿੱਕੂ ਦਾ ਇੱਕ ਤਾਂਤਰਿਕ ਦੇ ਸਾਹਮਣੇ ਗਿੜਗਿੜਾਉਣਾ ਔਰ ਉਸ ਤੋਂ ਮਦਦ ਮੰਗਣਾ, ਮੈਂ ਸਮਝਦਾ ਕਿ ਸਾਡੀ ਅਗਲੀ ਪੀੜ੍ਹੀ ਵਾਸਤੇ ਸ਼ੁਭ ਸੰਕੇਤ ਨਹੀਂ ਹੈ। ਮਦਦ ਵਾਲੀ ਗੱਲ ਨੂੰ ਮੈਂ ਇੱਕ ਪਾਸੇ ਰੱਖ ਰਿਹਾ, ਹਾਂ ਕਰ ਲਓ ਜਿੰਨੇ ਮਦਦ ਕਰਨੀ, ਅਸੀਂ ਵੀ ਲੱਤਾਂ ਨਹੀਂ ਖਿੱਚ ਰਹੇ, ਪਰ ਮੈਂ ਸਮਝਦਾ ਕਿ ਇਸ ਨਾਲ ਸਾਬਤ ਕੀ ਹੋਵੇਗਾ? ਹੁਣ ਜਦੋਂ ਇੰਦਰਜੀਤ ਨਿੱਕੂ ਸਾਰਿਆਂ ਨੂੰ ਕਹਿ ਰਹੇ ਨੇ ਕਿ ਬਹੁਤ ਮਿਹਰਬਾਨੀ ਸਾਰਿਆਂ ਦੀ, ਸਾਰਿਆਂ ਨੇ ਬੜੀ ਸਪੋਰਟ ਕੀਤੀ ਹੈ, ਪਰਿਵਾਰ ਦੀ ਬੜੀ ਮਦਦ ਕੀਤੀ ਹੈ, ਤੇ ਕੀ ਇਸ ਦਾ ਮਤਲਬ ਇਹ ਹੋਇਆ ਕਿ ਬਾਬੇ ਨੂੰ ਮਿਲਣ ਤੋਂ ਬਾਅਦ ਇਹ ਫਿਰ ਕਿਰਪਾ ਸ਼ੁਰੂ ਹੋ ਗਈ ਹੈ? ਜੇ ਕੱਲ ਨੂੰ ਇੰਦਰਜੀਤ ਨਿੱਕੂ ਦੇ ਹਾਲਾਤ ਬਦਲਦੇ ਨੇ, ਬੱਲੇ ਬੱਲੇ ਤਾਂ ਫਿਰ ਹੋਈ ਉਸ ਦੀ, ਬਿਲਕੁਲ ਬਾਬੇ ਦੀ ਹੋਈ ਕਿ ਉਹਨੇ ਹੀ ਕੋਈ ਕਰਮਾਤ ਕੀਤੀ ਹੈ ਨਾ। ਬਾਬੇ ਦੇ ਹੀ ਅਫੀਸ਼ੀਅਲ ਚੈਨਲ ਦੇ ਉੱਪਰੋਂ ਜਿਹੜਾ ਬ੍ਰੌਡਕਾਸਟ ਹੋਈ ਇਹ ਚੀਜ਼, ਉਸਨੂੰ ਲੋਕਾਂ ਨੇ ਵੇਖਿਆ ਤੇ ਕੈਪਚਰ ਕੀਤਾ। ਹੁਣ ਇਹਦਾ ਮਤਲਬ ਤਾਂ ਫਿਰ ਇਹੋ ਹੀ ਹੋਇਆ ਕਿ ਬਾਬੇ ਦੇ ਜ਼ਰੀਏ ਉਸਨੂੰ ਜਿਹੜੀ ਹੈ ਉਹ ਨੈਕਸਟ ਜਿਹੜਾ ਸਟੈਪ ਹੈ ਉਸਨੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਹੋ ਰਿਹਾ ਹੈ, ਜਾਂ ਹੋ ਜਾਵੇਗਾ, ਜਾਂ ਇਹ ਤਾਂ ਪਤਾ ਨਹੀਂ। ਪਰ ਗੱਲ ਇਹ ਹੈ ਕਿ ਸਾਨੂੰ ਕੁਝ ਗੱਲਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਸਮਝਣਾ ਪੈਂਦਾ ਹੈ। ਜਿਵੇਂ ਅਸੀਂ ਉਦਾਹਰਨਾਂ ਦੇ ਸਕਦੇ ਹਾਂ ਬਹੁਤ ਸਾਰੀਆਂ, ਕਿ ਜਦੋਂ ਬਹੁਤ ਸਾਰੇ ਲੋਕ ਆਰਥਿਕ ਤੌਰ ਤੇ ਥਿੜ ਗਏ ਤਾਂ ਫਿਰ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ, ਕਿਸ ਤਰ੍ਹਾਂ ਅੱਗੇ ਤੋਰਿਆ। ਮੈਂ ਇੱਕ ਇੱਥੇ ਇਸ ਤੋਂ ਇੱਕ ਵੱਖਰੀ ਜਿਹੀ ਐਗਜ਼ਾਮਪਲ ਮੈਂ ਦੇਣ ਦੀ ਕੋਸ਼ਿਸ਼ ਕਰਦਾ, ਬਾਬਿਆਂ ਦੇ ਮੂਹਰੇ ਜਾਣ ਦੀ ਮੈਂ ਗੱਲ ਕਰਦਾ। ਪੰਜਾਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਬਹੁਤ ਹੀ ਸਨਮਾਨਿਤ ਰਾਗੀ, ਜਿਨ੍ਹਾਂ ਨੂੰ ਸ਼੍ਰੋਮਣੀ ਰਾਗੀ ਦਾ ਨਾਮ ਜਿਹੜਾ ਉਹ ਅਵਾਰਡ ਜਿਹੜਾ ਮਿਲਿਆ ਹੋਇਆ ਸੀ, ਕਲਾਸੀਕਲ ਕੀਰਤਨ ਕਰਦੇ ਸਨ। ਹੁਣ ਇਸ ਵੇਲੇ ਦੁਨੀਆ ਤੇ ਨਹੀਂ ਹੈ, ਸਿਆਣੇ ਕਹਿੰਦੇ ਨੇ ਕਿ ਜੋ ਦੁਨੀਆ ਤੋਂ ਚਲੇ ਗਿਆ ਉਸ ਦੀ ਬਹੁਤੀ ਗੱਲ ਕਰਨੀ ਨਹੀਂ ਚਾਹੀਦੀ, ਚਲੋ, ਪਰ ਮੈਂ ਐਗਜ਼ਾਮਪਲ ਦੇ ਰਿਹਾ, ਮੈਂ ਨਾਮ ਨਹੀਂ ਹੁਣ ਇੱਥੇ ਲੈਣ ਦੀ, ਮੇਰਾ ਕੋਈ ਇਸ ਤਰ੍ਹਾਂ ਦਾ ਵਿਚਾਰ ਨਹੀਂ ਹੈ ਉਹਨਾਂ ਦਾ ਨਾਮ ਲੈਦਾ। ਪਰ ਉਹਨਾਂ ਨੂੰ ਇੱਕ ਬਾਬੇ ਦੇ ਸਾਹਮਣੇ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਵਾਜੇ ਦੇ ਨਾਲ ਬਾਬੇ ਦਾ ਗੁਣਗਾਨ ਕਰਦੇ ਹੋਏ ਵੇਖਿਆ ਗਿਆ। ਇਸੇ ਤਰ੍ਹਾਂ ਦਾ ਤਾਂਤਰਿਕ ਆ, ਉਹ ਵੀਡੀਓ ਸਾਹਮਣੇ ਆਈ, ਸਾਰਿਆਂ ਨੇ ਵੇਖੀ। ਅਖੀਰ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਤੇ ਰਸਾਤਲ ਦੇ ਵੱਲ ਨੂੰ ਇੱਕ ਗਲਤੀ ਉਹਨਾਂ ਦੀ ਜਿਹੜੀ ਲੈ ਗਏ, ਸਾਰੀ ਜੀਵਨ ਤੇ ਜਿਹੜਾ ਕੀਤੀ ਕਰਾਈ ਸੀ ਉਸ ਤੇ ਮਿੱਟੀ ਪੈਂਦੀ ਹੋਈ ਅਸੀਂ ਵੇਖੀ ਹੈ ਜੀ। ਔਰ ਇਸ ਤਰ੍ਹਾਂ ਦੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ। ਹੁਣ ਇੰਦਰਜੀਤ ਨਿੱਕੂ ਦੇ ਮਾਮਲੇ ਦੇ ਵਿੱਚ, ਇੰਦਰਜੀਤ ਨਿੱਕੂ ਪੰਜਾਬੀ ਨੇ, ਉਹਨਾਂ ਨੇ ਦੇਖਿਆ ਹੋਇਆ ਸਾਰਾ ਕੁਝ ਪੰਜਾਬ 'ਚ ਕਿਵੇਂ ਸਿਸਟਮ ਚੱਲਦਾ। ਪੰਜਾਬ ਨੇ ਖੁਦ, ਸਾਰੇ ਪੰਜਾਬ ਨੇ ਕਿਵੇਂ ਆਪਣੇ ਆਪ ਨੂੰ ਮੁਸ਼ਕਲਾਂ ਤੋਂ ਉਭਾਰਿਆ, ਤੇ ਇਸ ਤਰ੍ਹਾਂ ਤੇ ਨਹੀਂ ਉਭਾਰਿਆ ਆਪਣੇ ਆਪ ਨੂੰ ਜਿਹੜੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ। ਹੁਣ ਇੰਦਰਜੀਤ ਨਿੱਕੂ ਕੀ ਕਰ ਸਕਦੇ ਸੀ? ਉਹਨਾਂ ਨੂੰ ਐਗਜ਼ਾਮਪਲਸ ਦੇਖਣੀਆਂ ਚਾਹੀਦੀਆਂ ਸੀ। ਕਿੰਨੇ ਪੰਜਾਬ ਦੇ ਵਿੱਚ ਜਿਹੜੇ ਨੇ ਮਜ਼ਦੂਰ, ਕਿੰਨੇ ਵਰਕਰ, ਕਿੰਨੇ ਹੋਰ ਲੋਕ ਚੰਗੀਆਂ ਨੌਕਰੀਆਂ ਤੇ ਬਾਹਰਲੀਆਂ ਸਟੇਟਾਂ ਤੋਂ ਆ ਕੇ ਕੰਮ ਕਰ ਰਹੇ ਨੇ, ਔਰ ਇੱਥੇ ਆ ਕੇ ਕਮਾਈਆਂ ਕਰਕੇ ਜਾ ਰਹੇ ਨੇ। ਪੰਜਾਬ ਦੇ ਖੇਤਾਂ ਵਿੱਚ ਕੰਮ ਕਰਕੇ ਕਿੰਨਾ ਰੁਜ਼ਗਾਰ ਜਿਹੜਾ ਹੈ ਉਹ ਯੂਪੀ ਤੇ ਬਿਹਾਰ ਦੇ ਲੋਕਾਂ ਨੇ ਪ੍ਰਾਪਤ ਕੀਤਾ ਹੋਇਆ। ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਉਹਨਾਂ ਨੇ ਰਿਕਸ਼ੇ ਚਲਾ ਰਹੇ ਨੇ, ਉਹ ਕਰ ਰਹੇ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਕੰਮ ਉਹਨਾਂ ਨੂੰ ਕਰ ਲੈਣੇ ਚਾਹੀਦੇ ਨੇ, ਪਰ ਨਹੀਂ, ਇਸ ਤਰ੍ਹਾਂ ਬਾਬੇ ਦੇ ਸਾਹਮਣੇ ਗਿੜਗਿੜਾਉਣਾ ਮੈਨੂੰ ਬਿਲਕੁਲ ਵੀ ਕਿਸੇ ਪਾਸਿਓਂ ਵੀ ਪਸੰਦ ਨਹੀਂ ਹੈ ਜੀ। ਹੁਣ ਇਹ ਅਜਿਹਾ ਹੁੰਦਾ ਕਿਉਂ ਹੈ? ਇਸ ਗੱਲ ਦਾ ਅਸੀਂ ਥੋੜਾ ਜਿਹਾ ਵਿਚਾਰ ਕਰ ਸਕਦੇ ਹਾਂ, ਪਰ ਜ਼ਿਆਦਾ ਇਸ ਵਿੱਚੋਂ ਸਮਝ ਨਹੀਂ ਆਉਂਦੀ। ਇੱਕ ਗੱਲ ਜਿਹੜੀ ਸਮਝ ਆਉਂਦੀ ਆ ਉਹ ਇਹ ਹੈ ਕਿ ਬਹੁਤ ਮਹਿੰਗੀ ਕਿਸਮ ਦਾ ਜਿਹੜਾ ਲਾਈਫ ਸਟਾਈਲ ਜਿਹੜਾ ਹੈ ਪੰਜਾਬੀ ਗਾਇਕੀ ਦੇ ਖੇਤਰ ਦੇ ਵਿੱਚ ਆਉਣ ਵੜਿਆ, ਉਸ ਨੇ ਇਸ ਨੂੰ ਇੱਕ ਆਮ ਗਾਇਕਾਂ ਤੋਂ ਜਿਹੜੀ ਹੈ ਉਹ ਹਜ਼ਾਰਾਂ ਤੋਂ ਲੱਖਾਂ ਕਰੋੜਾਂ ਦਾ ਜਿਹੜਾ ਉਹ ਬਿਜ਼ਨਸ ਬਣਾ ਦਿੱਤਾ ਹੈ। ਉਸ ਦੇ ਨਾਲ ਫਿਰ ਹੋਰ ਬਹੁਤ ਕੁਝ ਆ ਨਿਬੜਿਆ ਆ ਗਿਆ ਇਸ ਦੇ ਵਿੱਚ। ਸਿੱਧੂ ਮੂਸੇਵਾਲਾ ਦਾ ਕੇਸ ਅਸੀਂ ਦੇਖੋ, ਉਹ ਵੀ ਸਾਡੇ ਸਾਹਮਣੇ ਆ। ਪਰ ਗੱਲ ਇਹ ਹੈ ਕਿ ਇਹ ਜਿਹੜਾ ਮਹਿੰਗਾ ਲਾਈਫ ਸਟਾਈਲ ਹੈ, ਇਸ ਵਿੱਚ ਪੈਸੇ ਦਾ ਇੰਨਾ ਜ਼ਿਆਦਾ ਆਰਾਮ ਰੌਲਾ ਕਿ ਉਹਨਾਂ ਕਰਕੇ ਤਾਂ ਨਹੀਂ ਇੰਦਰਜੀਤ ਨਿੱਕੂ ਦੀ ਇਹ ਹਾਲਤ ਹੋਈ। ਹੋ ਸਕਦਾ ਕਾਰਨ ਹੋ ਸਕਦਾ, ਕਿਉਂਕਿ ਹੋ ਸਕਦਾ ਉਹਨਾਂ ਨੇ ਕਿਤੇ ਕੋਈ ਵੱਡੀ ਐਲਬਮ ਕੱਢਣ ਲਈ ਜਾਂ ਕੋਈ ਇਨਵੈਸਟਮੈਂਟ ਕੀਤੀ ਹੋਵੇ ਤੇ ਉਹ ਵਾਪਸ ਨਾ ਆਈ ਹੋਵੇ। ਬੜਾ ਸੁਭਾਵਿਕ ਹੈ। ਮਾਇਆ ਨਗਰੀ ਜਿਸ ਨੂੰ ਆਖ ਦਿੰਦੇ ਆ, ਬਾਲੀਵੁੱਡ ਦੇ ਵਿੱਚ ਬਹੁਤ ਵੱਡੇ ਪ੍ਰੋਡਿਊਸਰ, ਡਾਇਰੈਕਟਰ ਲੋਕਾਂ ਨੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਵੇਖੇ ਨੇ ਤੇ ਫੇਰ ਦੁਬਾਰਾ ਵੀ ਕਈ ਵਾਰੀ ਉਹ ਰਾਈਜ਼ ਕੀਤੇ ਨੇ। ਬਹੁਤ ਸਾਰੀਆਂ ਐਗਜ਼ਾਮਪਲ ਨੇ ਜਿਨ੍ਹਾਂ ਦੀ ਅੱਜ ਦਿੱਤੀਆਂ ਜਾ ਸਕਦੀਆਂ ਨੇ, ਪਰ ਇੰਦਰਜੀਤ ਨਿੱਕੂ ਦਾ ਗਿੜਗਿੜਾਉਣਾ ਇਸ ਤਰ੍ਹਾਂ ਜਿਹੜਾ ਹੈ ਉਹ ਵਾਜਿਬ ਨਹੀਂ ਹੈ। ਅੱਜ ਵੀ ਜਿਹੜਾ ਉਹਨਾਂ ਦਾ ਬਿਆਨ ਆਇਆ ਕਿ ਮੈਨੂੰ ਪੈਸੇ ਦੀ ਲੋੜ ਨਹੀਂ, ਦੇਸ਼ਾਂ ਵਿਦੇਸ਼ਾਂ ਵਿੱਚ ਫਿਰ ਜਾਈਏ, ਮਾਂ ਬੋਲੀ ਦੀ ਸੇਵਾ ਕਰੀਏ। ਮਾਂ ਬੋਲੀ ਦੀ ਸੇਵਾ ਠੀਕ ਹੈ, ਹੋਰ ਵੀ ਕਰਨ ਵਾਲੇ ਲੋਕ ਬਹੁਤ ਸਾਰੇ ਨੇ, ਤੇ ਸੇਵਾ ਤੋਂ ਉੱਪਰੋਂ ਮੇਵਾ ਕਿੰਨਾ ਕੁ ਚਾਹੀਦਾ ਸਾਨੂੰ,
ਉਸ ਗੱਲ ਤੇ ਉਸਦੀ ਆ ਗਈ ਨਾ ਫਿਰ ਅਲਟੀਮੇਟਲੀ। ਹੁਣ ਡਾਇਰੈਕਟ ਕਿਸੇ ਨੇ ਮਦਦ ਤਾਂ ਮੇਰਾ ਖਿਆਲ ਕਿਸੇ ਨੇ ਕੋਈ ਇਸ ਤਰ੍ਹਾਂ ਉਹਦਾ ਫਰਕ ਨਹੀਂ ਪੈਣ ਵਾਲਾ। ਹਾਂ, ਉਹਦਾ ਜਿਹੜਾ ਗਾਇਕੀ ਦਾ ਕੈਰੀਅਰ ਹੈ ਉਹ ਕਿਸ ਪਾਸੇ ਵੱਲ ਨੂੰ ਜਾਵੇਗਾ। ਪਰ ਫਿਰ ਮੈਂ ਰਿਪੀਟ ਕਰਦਾ ਕਿ ਤਰੀਕਾ ਉਹਨਾਂ ਦਾ ਬਿਲਕੁਲ ਸਹੀ ਨਹੀਂ ਸੀ। ਮਦਦ ਜਿਹੜੀ ਉਹਨਾਂ ਦੀ ਕਰ ਰਹੇ ਨੇ ਉਹ ਠੀਕ ਹੈ, ਜਿਸ ਦਾ ਵੀ ਦਿਲ ਕਰਦਾ ਮਦਦ ਕਰਨ। ਪਰ ਪੰਜਾਬ ਦੇ ਵਿੱਚ ਜੇ ਸੂਚੀ ਬਣਾਉਣੀ ਹੋਵੇ ਕਿ ਕਿੰਨੇ ਗਾਇਕ ਜਿਹੜੇ ਵਾਕਿਆ ਹੀ ਸੇਵਾ ਕਰਦੇ ਰਹੇ ਨੇ ਬੋਲੀ ਦੀ, ਜਿਨ੍ਹਾਂ ਨੇ ਸਾਡਾ ਸੂਫੀਇਜ਼ਮ ਨੂੰ ਤੇ ਹੋਰਨਾਂ ਚੀਜ਼ਾਂ ਨੂੰ ਗਾਵਿਆ ਤੇ ਹੰਢਾਇਆ ਆਪਣੇ ਜੀਵਨ ਦੇ ਵਿੱਚ ਵੀ, ਉਹ ਵਿਚਾਰੇ ਕਿੰਨੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਨੇ। ਬਹੁਤ ਵੱਡੇ ਵੱਡੇ ਆਰਟਿਸਟ ਜਿਹੜੇ ਨੇ ਛੁਪੇ ਬੈਠੇ ਨੇ, ਪੁੱਛਣ ਵਾਲਾ ਉਹਨਾਂ ਨੂੰ ਕੋਈ ਨਹੀਂ। ਇੱਥੇ ਓਲੰਪੀਅਨ, ਏਸ਼ੀਅਨ ਗੋਲਡ ਮੈਡਲਿਸਟ ਪਤਾ ਨਹੀਂ ਕਿੰਨੇ ਕੁ ਬੈਠੇ ਹੋਏ ਨੇ ਜਿਹੜੇ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਨੇ। ਪਰ ਇਹ ਸਾਡਾ ਸਿਸਟਮ ਹੈ ਕਿ ਅਸੀਂ ਆਪਣੇ ਹੀਰੋਜ਼ ਨੂੰ ਸਾਂਭਦੇ ਨਹੀਂ। ਪਰ ਸਾਂਭਦਾ ਕੌਣ ਹੈ, ਇਹ ਵੀ ਸਵਾਲ ਖੜਾ ਹੁੰਦਾ। ਕੀ ਬਾਕੀ ਦੇਸ਼ਾਂ ਵਿੱਚ ਸਾਂਭਿਆ ਜਾਂਦਾ? ਜਿਸ ਕਿਸੇ ਹੱਦ ਤੱਕ ਸਾਂਭਿਆ ਜਾਂਦਾ। ਇਹ ਹੁਣ ਜਿਵੇਂ ਕਹਿੰਦੇ ਨੇ ਕਿ ਜਦੋਂ ਪੈਸੇ ਦਾ ਇੰਨਾ ਵੱਡਾ ਪਸਾਰਾ ਹੋ ਜਾਂਦਾ ਹੈ, ਤੇ ਜੇ ਤਾਂ ਭਾਈ ਉਹੀ ਗੱਲ ਹੋਵੇ ਪੁਰਾਣੀਆਂ ਗੱਲਾਂ। ਮੈਂ ਇੱਥੇ ਇੱਕ ਉਦਾਹਰਨ ਦੇਣ ਦੀ ਕੋਸ਼ਿਸ਼ ਆਪ ਜੀ ਨੂੰ ਕਰਦਾ ਹਾਂ। ਇਕਬਾਲ ਮਾਲ ਨੇ ਇੱਕ ਪੰਜਾਬੀ ਗਾਇਕਾਵਾਂ ਦੇ ਬਾਰੇ ਕਿਤਾਬ ਲਿਖੀ ਹੋਈ ਹੈ, ਜਿਸ ਵਿੱਚ ਆਸਾ ਸਿੰਘ ਮਸਤਾਨੇ ਦਾ ਇੱਕ ਜਗ੍ਹਾ ਜ਼ਿਕਰ ਕਰਦੇ ਉਹ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਗੱਲ ਦੱਸੀ ਆ ਹਾਸੇ ਮਜ਼ਾਕ ਦੇ ਵਿੱਚ। ਤੁਸੀਂ ਆਪ ਅੰਦਾਜ਼ਾ ਲਾ ਲਿਓ ਕਿ ਜੋ ਇੰਨਾ ਲੰਬਾ ਸਮਾਂ ਪੰਜਾਬੀ ਗਾਉਂਦੇ ਰਹੇ, ਉਹਨਾਂ ਨੇ ਪੰਜਾਬੀਆਂ ਨੂੰ ਇੰਨਾ ਕੁਝ ਦਿੱਤਾ, ਕਿਸ ਤਰ੍ਹਾਂ ਦਾ ਲਾਈਫ ਸਟਾਈਲ ਹੰਡਾਉਂਦੇ ਸਨ। ਆਸਾ ਸਿੰਘ ਮਸਤਾਨਾ ਗਾਇਕੀ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਹੋਣ ਦੇ ਬਾਵਜੂਦ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਕਰਦੇ ਸੀ। ਔਰ ਕਹਿੰਦੇ ਕਿ ਮੈਂ ਉਹਨਾਂ ਨੂੰ ਮਿਲਣ ਜਾਂਦਾ ਹੁੰਦਾ ਸੀ। ਤੇ ਇੱਕ ਪ੍ਰੋਗਰਾਮ ਦੀ ਗੱਲ ਉਹਨਾਂ ਨੇ ਸੁਣਾਈ ਹੈ ਕਿ ਜਦੋਂ ਆਸਾ ਸਿੰਘ ਮਸਤਾਨਾ ਨੂੰ ਹਿਸਾਬ ਕਿਤਾਬ ਕਰਕੇ ਪ੍ਰੋਗਰਾਮ ਤੋਂ ਬਾਅਦ ਪੈਸੇ ਦਿੱਤੇ ਗਏ, ਤੇ ਉਹਨਾਂ ਨੇ ਕਿਹਾ ਜੀ ਮੈਨੂੰ ਆਉਣ ਜਾਣ ਵਾਸਤੇ ਜਿਹੜੀ ਗੱਡੀ ਮੈਂ ਕੀਤੀ ਸੀ ਉਹਦਾ ਵੀ ਖਰਚਾ ਮੈਨੂੰ ਦੇ ਦਿਓ ਤੇ ਮੈਂ ਪਹੁੰਚਣਾ ਹੈ। ਤੇ ਜਦੋਂ ਉਹਨਾਂ ਨੂੰ ਉਹ ਪੈਸੇ ਦਿੱਤੇ ਗਏ, ਪਤਾ ਨਹੀਂ 50 ਜਾਂ 100 ਰੁਪਏ ਜਿੰਨੇ ਵੀ, ਤੇ ਉਹਨਾਂ ਨੇ ਕਿਹਾ ਜੇਬ ਵਿੱਚ ਪਾ ਲਿਆ ਤੇ ਕਹਿੰਦੇ ਚਲੋ ਕੋਈ ਨਹੀਂ, ਇਹਨੂੰ ਕਿਤੇ ਹੋਰ ਖਰਚ ਲਵਾਂਗੇ ਤੇ ਮੈਂ ਤੇ ਏਦਾਂ ਹੀ ਪਹੁੰਚ ਜਾਣਾ ਆਪਣੇ। ਗੱਲ ਇਹ ਆ ਕਿ ਇੰਨੇ ਸਿੰਪਲ ਲਾਈਫ ਸਟਾਈਲ ਦੇ ਲੋਕ ਸਨ, ਉਹਨਾਂ ਨੂੰ ਕੋਈ ਇੰਨਾ ਵੱਡਾ ਹਿਸਾਬ ਕਿਤਾਬ ਨਹੀਂ ਸੀ। ਪਰ ਹੁਣ ਜੋ ਇੰਨਾ ਵੱਡਾ ਪਸਾਰਾ ਹੈ, ਇਸ ਵਿੱਚ ਫਾਈਨੈਂਸ਼ੀਅਲ ਮੈਨੇਜਰਸ ਦੀ ਲੋੜ ਪੈਂਦੀ ਹੈ, ਪ੍ਰਮੋਟਰਾਂ ਦੀ ਲੋੜ ਪੈਂਦੀ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਇਸ ਵਿੱਚ ਇਨਵੋਲਵ ਹੁੰਦੇ ਨੇ। ਹੁਣ ਉਹ ਮੈਨੇਜਰ ਪ੍ਰਮੋਟਰ ਜਿਹੜੇ ਨੇ ਉਹ ਕਿਸ ਨੂੰ ਕਿੰਨੀ ਚੰਗੀ ਤਰ੍ਹਾਂ ਸਾਂਭ ਲੈਂਦੇ ਨੇ, ਇਸ ਤੇ ਸਾਰਾ ਡਿਪੈਂਡ ਕਰਦਾ ਹੈ। ਅਮਰੀਕਾ ਦੀ ਇੱਕ ਐਗਜ਼ਾਮਪਲ ਹੈ, ਬੜੇ ਵੱਡੇ ਬਾਕਸਰ ਜਿਹੜੇ ਸੀ ਉਹ ਹੋਏ ਸੀ, ਮਾਈਕ ਟਾਇਸਨ ਉਹਨਾਂ ਦਾ ਨਾਮ। ਔਰ ਕਹਿੰਦੇ ਨੇ ਕਿ ਇੰਨਾ ਪੈਸਾ ਸੀ, ਦੁਨੀਆ ਦੇ ਸਭ ਤੋਂ ਰਿਚ ਸਪੋਰਟਸਮੈਨ ਇੱਕ ਵੇਲੇ ਬਣ ਗਏ ਸੀ, ਬਹੁਤ ਵੱਡੇ ਬਾਕਸਰ ਉਹਨਾਂ ਦਾ ਨਾਮ ਸੀ। ਫਿਰ ਉਹਨਾਂ ਤੇ ਕੁਝ ਕੇਸ ਪੈ ਗਏ, ਫਿਰ ਕਈ ਕੁਝ ਹੋਇਆ, ਲਾਈਫ ਸਟਾਈਲ ਮਹਿੰਗਾ। ਉਹਨਾਂ ਨੇ ਬੜੇ ਵੱਡੇ ਜੰਗਲੀ ਜਾਨਵਰ ਵੀ ਰੱਖੇ ਹੋਏ ਸੀ, ਮਹਿਲਨੁਮਾ ਘਰ, ਤੇ ਪਤਾ ਨਹੀਂ ਕੀ ਹੋਰ ਵੀ ਖਰੀਦਿਆ ਹੋਇਆ ਸੀ। ਅੱਜ ਉੱਥੇ ਉੱਲੂ ਬੋਲ ਰਹੇ ਨੇ, ਉਹਨਾਂ ਦਾ ਖਰੀਦਦਾਰ ਵੀ ਕੋਈ ਨਹੀਂ ਹੈ। ਮਾਈਕ ਟਾਇਸਨ ਸੜਕ ਤੇ ਆ ਗਏ ਨੇ। ਹੁਣ ਇਹ ਹਾਲਾਤ ਕਿਸੇ ਤੇ ਪੈਦਾ ਹੋ ਸਕਦੇ ਨੇ, ਕਿਸੇ ਵੀ ਮੁਲਕ 'ਚ ਪੈਦਾ ਹੋ ਸਕਦੇ ਨੇ, ਜੇ ਅਸੀਂ ਆਪਣੇ ਆਪ ਨੂੰ ਮੈਨੇਜ ਨਹੀਂ ਕਰਦੇ। ਕਈ ਵਾਰੀ ਮੈਨੇਜ ਕਰ ਵੀ ਲੈਂਦੇ ਆ, ਪਰ ਅਗਲਾ ਪਾਸਾ ਕਿਸੇ ਨੇ ਵੇਖਿਆ ਨਹੀਂ ਹੁੰਦਾ। ਹੋ ਸਕਦਾ ਇੰਦਰਜੀਤ ਨਿੱਕੂ ਨੇ ਹੋਇਆ ਹੋਵੇ। ਇੰਦਰਜੀਤ ਨਿੱਕੂ ਤੇ ਜਿੰਨੀ ਮਰਜ਼ੀ ਭਾਰੀ ਪਈ ਹੋਵੇ, ਮੈਂ ਉਹਨੂੰ ਇੱਥੇ ਸਮ ਅਪ ਕਰਦਾ ਆਪਣੇ ਵੱਲੋਂ ਕਿ ਉਹਨਾਂ ਨੂੰ ਤਾਂਤਰਿਕ ਦੇ ਕੋਲ ਨਹੀਂ ਸੀ ਜਾਣਾ ਚਾਹੀਦਾ। ਆਪਣੇ ਤਰੀਕੇ ਨਾਲ ਫਾਈਟ ਆਊਟ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਹੀ ਕਰਨੀ ਚਾਹੀਦੀ ਸੀ। ਜੀ, ਕੁਲਦੀਪ ਜੀ ਨੇ ਅੱਗਾ ਦੌੜ ਤੇ ਪਿੱਛਾ ਚੌੜ ਵਾਲਾ ਬੜਾ ਸੋਹਣਾ ਸੁਨੇਹਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਅਸੀਂ ਫਿਲਹਾਲ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਇੱਕ ਹੋਰ ਖਬਰ ਜਿਹੜੀ ਬਹੁਤ ਚਰਚਾ ਦੇ ਵਿੱਚ ਹੈ ਉਹ ਹੈਗੀ ਹੈ ਜੀ ਟਿਕਟੌਕ ਸਟਾਰ ਤੇ ਭਾਜਪਾ ਦੀ ਲੀਡਰ ਸੋਨਾਲੀ ਫੋਗਾਟ ਦੀ ਮੌਤ ਦੀ। ਕੁਝ ਦਿਨ ਪਹਿਲਾਂ ਖਬਰ ਆਉਂਦੀ ਹੈ ਕਿ ਅਟੈਕ ਹੋ ਗਿਆ, ਉਹਨਾਂ ਦੀ ਮੌਤ ਹੋ ਗਈ। ਪਰ ਹੁਣ ਖਬਰਾਂ ਬਦਲ ਗਈਆਂ ਨੇ, ਖੁਲਾਸੇ ਨਵੇਂ ਹੋ ਗਏ ਨੇ। ਕੀ ਸੋਨਾਲੀ ਦੀ ਮੌਤ ਜਿਹੜੀ ਉਹ ਕੁਦਰਤੀ ਸੀ ਜਾਂ ਫਿਰ ਕਤਲ ਹੋਇਆ? ਸੋਨਾਲੀ ਫੋਗਾਟ ਸਵਲੀਨ, ਮੈਂ ਜੇ ਉਹਨਾਂ ਦਾ ਕੈਰੀਅਰ ਦੇ ਬਾਰੇ ਉਹਨਾਂ ਦੇ ਪੜ੍ਹੀਏ ਤੇ ਜਾਣਨ ਦੀ ਕੋਸ਼ਿਸ਼ ਕਰੀਏ ਤੇ ਉਹਨਾਂ ਦੀ ਬੜਾ ਅਜੀਬੋ-ਗਰੀਬ ਕੈਰੀਅਰ ਹੈ। ਕੁਝ ਕਾਰਨਾਂ ਕਰਕੇ ਵਿਵਾਦਾਂ ਦੇ ਵਿੱਚ ਵੀ ਉਹ ਰਹੇ ਨੇ। ਭਾਜਪਾ ਆਗੂ ਸੀ, ਉਹਨਾਂ ਨੇ ਹਰਿਆਣੇ ਦੇ ਆਦਮਪੁਰ ਖੇਤਰ ਤੋਂ ਵਿਧਾਨ ਸਭਾ ਚੋਣ ਫਾਈਟ ਕੀਤੀ ਸੀ ਕੁਲਦੀਪ ਬਿਸ਼ਨੋਈ ਦੇ ਖਿਲਾਫ। ਕੁਲਦੀਪ ਬਿਸ਼ਨੋਈ ਬਹੁਤ ਵੱਡੇ ਰਾਜਸੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਪਿਛਲੇ ਦਿਨਾਂ ਵਿੱਚ ਉਹਨਾਂ ਨਾਲ ਮੀਟਿੰਗ ਵੀ ਹੋਈ ਸੀ ਤੇ ਸ਼ਾਇਦ ਕੁਛ ਇਹਨਾਂ ਦੇ ਕੋਈ ਇੱਕੋ ਪਾਰਟੀ ਦੇ ਵਿੱਚ ਜਿਵੇਂ ਕੋਈ ਗੱਲਾਂ ਜਿਹੜੀਆਂ ਸੀ ਇਸ ਤਰ੍ਹਾਂ ਦੀ ਜੋ ਕਦੇ ਵਿਰੋਧੀ ਸਨ, ਹੁਣ ਨਜ਼ਦੀਕ ਆ ਰਹੇ ਸਨ, ਇੱਕੋ ਪਾਰਟੀ ਸ਼ਾਮਿਲ। ਹੁਣ ਗੱਲ ਇਹ ਹੈ ਕਿ ਸੋਨਾਲੀ ਫੋਗਾਟ ਦੀ ਮੌਤ ਹੋ ਗਈ ਹੈ।
ਇਹ ਗੱਲ ਇੱਥੇ ਹੀ ਨਹੀਂ ਹੈ, ਪਿਛਲੇ ਸਾਲ ਉਹਨਾਂ ਦੇ ਪਤੀ ਸੰਜੇ ਫੋਗਾਟ ਦੀ ਵੀ ਭੇਤ ਭਰੇ ਹਾਲਾਤਾਂ ਵਿੱਚ ਹਰਿਆਣੇ ਦੇ ਹਿਸਾਰ ਦੇ ਇਲਾਕੇ ਦੇ ਵਿੱਚ ਉਹਨਾਂ ਦਾ ਫਾਰਮ ਹਾਊਸ ਹੈ, ਫਾਰਮ ਹਾਊਸ ਦੇ ਵਿੱਚ ਲਾਸ਼ ਮਿਲੀ ਸੀ ਉਹਨਾਂ ਦੀ। ਜੀ ਜੀ। ਉਸ ਦੀ ਜਾਂਚ ਚੱਲ ਰਹੀ ਹੈ, ਅਜੇ ਤੱਕ ਕੁਝ ਫਾਈਨਲ ਨਹੀਂ ਹੈ। ਉਦੋਂ ਵੀ ਬਹੁਤ ਕੁਝ ਜਿਹੜਾ ਸੀ ਲੋਕਾਂ ਨੇ ਕਿਹਾ, ਵੇਖਿਆ, ਮੀਡੀਆ ਨੇ ਕਾਫੀ ਕੁਝ ਖੰਗਾਲਣ ਦਾ ਯਤਨ ਕੀਤਾ, ਪਰ ਬਹੁਤਾ ਕੋਈ ਸਾਹਮਣੇ ਨਹੀਂ ਸੀ ਆਇਆ। ਹੁਣ ਸੋਨਾਲੀ ਫੋਗਾਟ ਉਸ ਤੋਂ ਬਾਅਦ ਆਪਣੇ ਕੰਮ ਦੇ ਵਿੱਚ ਅੱਗੇ ਵੱਧ ਗਏ, ਟਿਕਟੌਕ ਸਟਾਰ ਵੀ ਸੀ, ਫੋਟੋਆਂ ਦਾ, ਵੀਡੀਓਜ਼ ਦਾ, ਉਹਨਾਂ ਦਾ ਇੱਕ ਲਾਈਫ ਸਟਾਈਲ ਜਿਹੜਾ ਸੀ, ਇੱਕ ਉਹਨਾਂ ਨੇ ਇਸ ਤਰ੍ਹਾਂ ਦਾ ਮਾਡਰਨ ਲਾਈਫ ਸਟਾਈਲ ਜਿਹੜਾ ਸੀ ਉਹ ਅਪਣਾਇਆ ਹੋਇਆ ਸੀ। ਜੀ ਜੀ। ਨਾਲ ਦੀ ਨਾਲ ਉਹਨਾਂ ਦਾ ਇੱਕ ਹਾਈ ਲਾਈਫ ਸਟਾਈਲ ਕਿ ਉਹਨਾਂ ਨੇ ਮੈਨੇਜਰ, ਪੀਏ ਵਗੈਰਾ ਉਹਨਾਂ ਦੇ ਨਾਲ ਸਨ, ਤੇ ਉਹ ਇਸ ਤਰ੍ਹਾਂ ਦੇ ਫੀਲਡ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਬਰਾਬਰ ਚੱਲ ਰਹੇ ਸਨ। ਹਰਿਆਣੇ ਦੇ ਵਿੱਚ ਇਸੇ ਤਰ੍ਹਾਂ ਭਾਜਪਾ ਨੇ ਇੱਕ ਹੋਰ ਮਹਿਲਾ ਆਗੂ ਨੂੰ ਆਪਣਾ ਚਿਹਰਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਜੋ ਇਸੇ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਜਾਂ ਡਾਂਸਿੰਗ ਦੇ ਵਿੱਚ ਉਹ ਸ਼ਾਮਲ ਹੈ, ਉਹ ਕਾਫੀ ਮਸ਼ਹੂਰ ਹੈ। ਸੋਨਾਲੀ ਫੋਗਾਟ ਦੀ ਅਸੀਂ ਗੱਲ ਕਰਦੇ ਹਾਂ। ਫੋਗਾਟ ਭੈਣਾਂ ਦਾ ਜਦੋਂ ਨਾਮ ਆਉਂਦਾ ਹੈ ਤੇ ਹਰਿਆਣੇ ਦਾ ਜ਼ਿਕਰ ਆ ਜਾਂਦਾ ਹੈ। ਫੋਗਾਟ ਭੈਣਾਂ ਉਹ ਨੇ ਜਿਨ੍ਹਾਂ ਨੇ ਬੜੇ ਵੱਡੇ ਮਾਰਕੇ ਮਾਰੇ ਨੇ ਰੈਸਲਿੰਗ ਦੇ ਵਿੱਚ, ਪਹਿਲਵਾਨੀ ਦੇ ਖੇਤਰ ਵਿੱਚ। ਉਹਨਾਂ ਦੇ ਪਿਤਾ ਜੀ ਉਹਨਾਂ ਦੇ ਬੜੇ ਮਸ਼ਹੂਰ ਕੋਚ ਨੇ। ਉਹ ਵੱਖਰੀ ਫੈਮਿਲੀ ਹੈ, ਪਰ ਇਹ ਸੋਨਾਲੀ ਫੋਗਾਟ ਨੇ ਗੋਆ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ। ਖਬਰ ਆ ਜਾਂਦੀ ਹੈ ਕਿ ਹਾਰਟ ਅਟੈਕ ਨਾਲ ਮੌਤ ਹੋਈ ਹੈ। ਹੁਣ ਪੋਸਟਮਾਰਟਮ ਦੇ ਵਾਸਤੇ ਪਹਿਲਾਂ ਤਾਂ ਕਸ਼ਮਕਸ਼ ਕਾਫੀ ਹੋਈ ਹੈ। ਪੋਸਟਮਾਰਟਮ ਹੋਣਾ ਹੀ ਸੀ, ਇਹ ਗੱਲ ਪੱਕੀ ਸੀ। ਪਰਿਵਾਰ ਨੇ ਪਹਿਲਾਂ ਇਲਜ਼ਾਮ ਲਾਏ ਨੇ, ਪਰਿਵਾਰਕ ਮੈਂਬਰ ਮਗਰ ਪਹੁੰਚੇ ਨੇ। ਉਹਨਾਂ ਦੇ ਭਾਈ ਨੇ ਪਹੁੰਚ ਕੇ ਉਹਨਾਂ ਦੇ ਮੈਨੇਜਰ, ਪੀਏ ਤੇ ਜਿਹੜੀ ਉਹਨਾਂ ਨੇ ਸੁਧੀਰ ਸਾਂਗਵਾਨ ਤੇ ਸੁਖਵਿੰਦਰ ਵਾਸੀ ਦੇ ਖਿਲਾਫ ਜਿਹੜੇ ਸੀ ਇਲਜ਼ਾਮ ਲਾਏ। ਸੁਧੀਰ ਖਿਲਾਫ ਉਹਨਾਂ ਨੇ ਇਲਜ਼ਾਮ ਲਾਏ, ਬਹੁਤ ਹੋਰ ਕਿਸਮ ਦਾ ਉਹ ਉਹਨਾਂ ਨੂੰ ਯੂਜ਼ ਕਰਦਾ ਸੀ, ਬਹੁਤ ਕਿਸਮਾਂ ਦੇ ਕਿ ਬਲੈਕਮੇਲ ਵੀ ਕਰਦਾ ਸੀ। ਉਹਨੇ ਵੀਡੀਓ ਬਣਾਈਆਂ ਹੋਈਆਂ ਸੀ, ਪ੍ਰਾਪਰਟੀ ਹੜਪਣਾ ਚਾਹੁੰਦਾ ਸੀ, ਇਸਨੇ ਖਾਣੇ ਵਿੱਚ ਜ਼ਹਿਰ ਦਿੱਤਾ ਹੈ, ਆਹ ਹੋਇਆ। ਪਰ ਸਾਰੀਆਂ ਗੱਲਾਂ ਤੇ ਪਰਦਾ ਤੇ ਉਦੋਂ ਹੀ ਉੱਠਦਾ ਨਾ ਜਦੋਂ ਜਾਂਚ ਕੋਈ ਮੁਕੰਮਲ ਹੁੰਦੀ ਆ ਜਾਂ ਕੋਰਟ ਦੇ ਵਿੱਚ ਕਿਸੇ ਗੱਲ ਦਾ ਫੈਸਲਾ ਹੁੰਦਾ ਜੀ। ਹੁਣ ਤੱਕ ਕੀ ਹੋਇਆ, ਉਸ ਦੀ ਰਿਪੋਰਟ ਨੂੰ ਅਸੀਂ ਥੋੜਾ ਜਿਹਾ ਗੌਰ ਨਾਲ ਵੇਖੀਏ ਤੇ ਇਸ ਵਿੱਚ ਤੁਹਾਨੂੰ ਓਪਰੇ ਪੱਧਰ ਤੇ ਇਹ ਕੋਈ ਕੁਦਰਤੀ ਮੌਤ ਜਾਂ ਗੈਰ ਕੁਦਰਤੀ ਮੌਤ ਜਾਂ ਇੱਕ ਆਮ ਜਿਹੇ ਕਤਲ ਦੀ ਗੱਲ ਨਹੀਂ ਜਾਪਦੀ। ਇਸ ਦੇ ਥੱਲੇ ਕੁਝ ਹੋਰ ਲੁਕਿਆ ਹੋ ਸਕਦਾ, ਇਹ ਗੱਲ ਪੱਕੀ ਹੈ। ਮੈਂ ਇਸ ਲਈ ਆਖ ਰਿਹਾ ਕਿ ਜਦੋਂ ਸੋਨਾਲੀ ਫੋਗਾਟ ਦੀ ਮੌਤ ਦੀ ਖਬਰ ਆਉਂਦੀ ਹੈ ਤਾਂ ਉਹਨਾਂ ਨੂੰ ਉੱਥੇ ਦੇ ਇੱਕ ਹਸਪਤਾਲ ਦੀਆਂ ਫੋਟੋ ਆ ਗਈਆਂ ਸਾਹਮਣੇ ਕਿ ਉੱਥੇ ਪਹੁੰਚਾਇਆ ਗਿਆ, ਉੱਥੇ ਜਾ ਕੇ ਮੌਤ ਹੋ ਗਈ। ਦਿਲ ਦਾ ਦੌਰਾ ਪਿਆ ਸੀ, ਚੈਸਟ ਪੇਨ ਦੀ ਉਹਨਾਂ ਨੇ ਸ਼ਿਕਾਇਤ ਕੀਤੀ ਸੀ, ਦਰਦ ਹੋ ਰਹੀ ਸੀ, ਆਹ ਸੀ ਉਹ ਸੀ। ਇਹ ਸਾਰੀਆਂ ਗੱਲਾਂ ਹੋਈਆਂ। ਡਾਕਟਰ ਨੇ ਵੀ ਕਹਿ ਦਿੱਤਾ ਤੇ ਪੁਲਿਸ ਅਫਸਰ ਨੇ ਵੀ ਮੌਕੇ ਤੇ ਕਹਿ ਦਿੱਤਾ ਕਿ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ, ਇਹ ਕੁਦਰਤੀ ਮੌਤ ਹੈ ਤੇ ਕੋਈ ਸਾਨੂੰ ਅਜਿਹਾ ਕਿਸੇ ਪਾਸੇ ਵੀ ਸ਼ੱਕ ਨਹੀਂ ਲੱਗਾ ਜਿਸ ਨਾਲ ਅਸੀਂ ਇਹ ਕਹਿ ਸਕੀਏ ਕਿ ਉਹਨਾਂ ਦਾ ਕਤਲ ਹੋਇਆ ਜਾਂ ਉਹਨਾਂ ਦੀ ਗੈਰ ਕੁਦਰਤੀ ਮੌਤ ਹੋਈ ਹੈ। ਹੁਣ ਜੇ ਕਿਸੇ ਨੂੰ ਜ਼ਹਿਰ ਦਿੱਤਾ ਗਿਆ ਹੋਵੇ ਤਾਂ ਉਸਦੀਆਂ ਵੀ ਕੁਝ ਖਾਸ ਨਿਸ਼ਾਨੀਆਂ ਹੁੰਦੀਆਂ ਨੇ। ਜਿਹੜਾ ਐਕਸਪਰਟ ਡਾਕਟਰ ਨੇ ਉਹ ਤਾਂ ਮਿੰਟਾਂ ਵਿੱਚ ਹਿਸਾਬ ਉਹਨਾਂ ਨੂੰ ਹੋ ਜਾਂਦਾ ਹੈ। ਪੁਲਿਸ ਅਫਸਰਾਂ ਨੂੰ ਵੀ ਇਹੋ ਜਿਹੇ ਐਕਸਪੀਰੀਅੰਸ ਕਾਫੀ ਹੁੰਦੇ ਨੇ। ਫਿਰ ਹੁਣ ਦੀ ਰਿਪੋਰਟ, ਆਟੋਪਸੀ ਦੀ ਰਿਪੋਰਟ ਜਿਹੜੀ ਹੈ, ਇਨੀਸ਼ੀਅਲ ਰਿਪੋਰਟ ਸਾਹਮਣੇ ਆਈ ਆ, ਉਸ ਵਿੱਚ ਸਨਸਨੀਖੇਜ਼ ਖੁਲਾਸਾ ਇਹ ਹੋਇਆ। ਇਹ ਤਾਂ ਇੱਕ ਗੱਲ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਪਹਿਲਾਂ ਹੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਦੋ ਵਿਅਕਤੀਆਂ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ। ਇੱਕ ਮੁੱਢਲੀ ਐਫਆਈਆਰ ਦਰਜ ਕੀਤੀ ਗਈ, ਪਰ ਅਗਲੀ ਕਾਰਵਾਈ ਕੋਈ ਨਹੀਂ ਪਾਈ ਗਈ। ਉਡੀਕਣ ਤੱਕ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਦਿਓ, ਉਸ ਵਿੱਚ ਜੋ ਹੋਵੇਗਾ ਫਿਰ ਉਸ ਹਿਸਾਬ ਨਾਲ ਕਾਰਵਾਈ ਹੋਵੇਗੀ। ਹੁਣ ਜਦੋਂ ਪੋਸਟਮਾਰਟਮ ਦੀ ਜਾਂ ਆਟੋਪਸੀ ਦੀ ਇਨੀਸ਼ੀਅਲ ਰਿਪੋਰਟ ਆ ਗਈ ਤਾਂ ਉਸ ਵਿੱਚ ਜੋ ਖੁਲਾਸਾ ਹੁੰਦਾ ਹੈ ਉਸ ਨਾਲ ਤੇ ਸਵਾਲ ਹੀ ਸਵਾਲ ਖੜੇ ਹੁੰਦੇ ਨੇ। ਉਸ ਵਿੱਚ ਆਖਿਆ ਗਿਆ ਹੈ ਕਿ ਸੋਨਾਲੀ ਫੋਗਾਟ ਦੀ ਮੌਤ ਜਿਹੜੀ ਹੈ ਕੁਦਰਤੀ ਨਹੀਂ ਹੈ, ਹਾਰਟ ਅਟੈਕ ਵੀ ਹੋ ਸਕਦਾ ਨਾ ਹੋਵੇ, ਪਰ ਇਸ ਵਿੱਚ ਬਲੰਟ ਫੋਰਸ ਟਰਾਮਾ ਜਿਹੜਾ ਉਸ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਬਲੰਟ ਫੋਰਸ ਮਤਲਬ ਕੋਈ ਬਲੰਟ ਹੁੰਦਾ ਖੁੰਡਾ, ਸ਼ਾਰਪ ਹੁੰਦਾ ਤਿੱਖਾ। ਹੁਣ ਜਿਵੇਂ ਆਖਿਆ ਜਾਂਦਾ ਕਿ ਕਿਸੇ ਸ਼ਾਰਪ ਐਜ ਵੈਪਨ ਦੇ ਨਾਲ ਜਿਹੜਾ ਉਹ ਕਾਰਨਾਮਾ ਕੀਤਾ ਗਿਆ ਹੋਵੇ, ਤੇ ਬਲੰਟ ਦਾ ਮਤਲਬ ਹੈ ਕਿ ਕਿਸੇ ਖੁੰਡੇ ਹਥਿਆਰ ਦੇ ਨਾਲ, ਕਿਸੇ ਖੁੰਡੀ ਚੀਜ਼ ਦੇ ਨਾਲ ਉਸਨੂੰ ਗੁੱਝੀਆਂ ਸੱਟਾਂ ਮਾਰੀਆਂ ਗਈਆਂ। ਇਹ ਅਜਿਹੇ ਨਿਸ਼ਾਨ ਮਿਲੇ ਨੇ। ਹੁਣ ਜਦੋਂ ਅਜਿਹੇ ਨਿਸ਼ਾਨ ਮਿਲਦੇ ਨੇ, ਇਹ ਕੋਈ ਛੋਟੀ ਮੋਟੀ ਤਾਂ ਗੱਲ ਨਹੀਂ ਹੈ। ਬਲੰਟ ਫੋਰਸ ਟਰਾਮਾ ਕਾਫੀ ਹੁੰਦਾ ਹੈ। ਸਾਰੇ ਜਿਹੜੇ ਤਕਨੀਕੀ ਲੋਕ ਨੇ ਇਸ ਬਾਰੇ ਜਾਣਦੇ ਨੇ। ਹੁਣ ਮੇਰਾ ਸਵਾਲ ਇੱਥੇ ਖੜਾ ਹੁੰਦਾ ਕਿ ਪਰਿਵਾਰ ਜੇ ਅਗਰ ਉੱਥੇ ਨਾ ਪਹੁੰਚਦਾ ਤੇ ਫਿਰ ਇਸ ਮਾਮਲੇ ਦਾ ਕੀ ਬਣਦਾ। ਇਸ ਨੂੰ ਉਹਨਾਂ ਨੇ ਭਾਵੇਂ ਸਾਨੂੰ ਮੁੱਢਲੀ ਨਜ਼ਰ ਵਿੱਚ ਲੱਗਿਆ ਹੋਵੇ ਕਿ ਪਰਿਵਾਰ ਨੇ ਸਨਸਨੀਖੇਜ਼ ਬਣਾਉਣ ਦਾ ਯਤਨ ਕੀਤਾ ਹੈ, ਪਰ ਸਾਡਾ ਸਿਸਟਮ ਕੰਮ ਕਿਵੇਂ ਕਰਦਾ ਹੈ। ਮੇਰਾ ਖਿਆਲ ਹੈ ਕਿ ਉਸ ਡਾਕਟਰ ਨੂੰ ਤੇ ਉਸ ਪੁਲਿਸ ਅਫਸਰ ਨੂੰ ਹੁਣ ਬਿਠਾ ਕੇ ਪੁੱਛਿਆ ਜਾਣਾ ਬਣਦਾ ਹੈ ਕਿ ਭਾਈ ਤੁਸੀਂ ਕਿਸ ਬੇਸ ਤੇ ਕਹਿ ਦਿੱਤਾ ਸੀ ਕਿ ਹਾਰਟ ਅਟੈਕ ਦੀ ਮੌਤ ਹੈ, ਕੁਦਰਤੀ ਮੌਤ ਹੈ, ਤੇ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ। ਬਲੰਟ ਫੋਰਸ ਟਰਾਮਾ ਤੇ ਬਿਲਕੁਲ ਵੇਖਿਆ ਹੀ ਏਦਾਂ ਹੀ ਉਹਨਾਂ ਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਸੀ। ਬੜੀ ਅਜੀਬ ਗੱਲ ਹੈ। ਹੁਣ ਪੁਲਿਸ ਅਫਸਰਾਂ ਨੇ ਗੈਰ ਕੁਦਰਤੀ ਮੌਤ ਇਸ ਨੂੰ ਕਹਿਣਾ ਹੈ ਔਰ ਉਸ ਕੇਸ ਦੇ ਵਿੱਚ ਦੋ ਵਿਅਕਤੀਆਂ ਨੂੰ ਨਾਮਜ਼ਦ ਵੀ ਕਰਨਾ ਹੈ। ਜਾਂਚ ਚੱਲੇਗੀ ਕੀ ਹੈ, ਕੌਣ ਇਸ ਦੇ ਪਿੱਛੇ ਹੈ। ਪਰਿਵਾਰ ਅਜੇ ਵੀ ਇਹ ਕਹਿ ਰਿਹਾ
ਕਿ ਇਹ ਦੋ ਵਿਅਕਤੀ ਜ਼ਿੰਮੇਵਾਰ ਨੇ। ਪਹਿਲਾਂ ਵੀ ਐਕਸਟੋਰਸ਼ਨ ਤੇ ਬਲੈਕਮੇਲਿੰਗ ਦਾ ਇਹਨਾਂ ਤੇ ਇਲਜ਼ਾਮ ਹੈ। ਇਹ ਲੜਕੀ ਦੀ ਜਾਇਦਾਦ ਹੜਪਣਾ ਚਾਹੁੰਦੇ ਸੀ। ਬਦਕਿਸਮਤੀ ਦੀ ਗੱਲ ਇਹ ਹੈ ਕਿ ਸੋਨਾਲੀ ਫੋਗਾਟ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਭੇਦ ਭਰੇ ਹਾਲਾਤਾਂ ਦੇ ਵਿੱਚ, ਤੇ ਉਸਦੀ ਇੱਕ ਬੱਚੀ ਹੈ ਜੋ ਉੱਥੇ ਹੀ ਮੌਜੂਦ ਹੈ, ਔਰ ਉਹ ਵੀ ਜਿਹੜਾ ਹੈ ਉਹ ਪੱਤਰਕਾਰਾਂ ਦੇ ਸਾਹਮਣੇ ਉਹ ਆਖ ਰਹੀ ਹੈ ਕਿ ਮੇਰੀ ਮਾਂ ਨਾਲ ਕਤਲ ਕੀਤਾ ਗਿਆ, ਮੇਰੀ ਮਾਂ ਨੂੰ ਆਹ ਹੋ ਸਕਦਾ ਹੈ। ਪਰ ਗੱਲ ਇਹ ਹੈ, ਜਰਾ ਸੋਚੋ ਉਸ ਬੱਚੀ ਦਾ ਜਿਸ ਦੇ ਇੱਕ ਇੰਨੀ ਛੋਟੀ ਉਮਰ ਦੇ ਵਿੱਚ ਮਾਂ-ਬਾਪ ਉਸਦੇ ਹੱਥੋਂ ਖੁੱਸ ਗਏ ਨੇ, ਤੇ ਲੋਕਾਂ ਨੂੰ ਕਈਆਂ ਨੂੰ ਕਿਸੇ ਨੂੰ ਪ੍ਰਾਪਰਟੀ ਦੀ ਪਈ ਹੋਈ ਹੈ, ਕਿਸੇ ਨੂੰ ਕਿਸੇ ਚੀਜ਼ ਦੀ ਪਈ ਹੋਈ ਹੈ। ਪਰ ਸੋਨਾਲੀ ਫੋਗਾਟ ਦੀ ਮੌਤ ਜਿਹੜਾ ਹੈ ਸਾਡੇ ਲਈ ਸਾਰਿਆਂ ਲਈ ਅਲਾਰਮ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਜਿਹੜਾ ਉਸ ਵਿੱਚ ਸਟੈਪ ਇਨ ਕਰਨਾ ਹੈ। ਜੀ ਇਹ ਜਿਹੜਾ ਪੁਲਿਸ ਅਫਸਰਾਂ ਤੇ ਮੈਂ ਸਮਝਦਾ ਕਿ ਥੋੜਾ ਜਿਹਾ ਸ਼ਿਕੰਜਾ ਟਾਈਟ ਹੋਣਾ ਚਾਹੀਦਾ ਹੈ ਕਿ ਜੇ ਉਹਨਾਂ ਨੇ ਪਹਿਲਾਂ ਕੋਈ ਬਿਆਨ ਦਿੱਤਾ ਹੈ ਕਿ ਨਹੀਂ ਸਾਨੂੰ ਕਿਸੇ ਦੀ ਕੋਈ ਸ਼ੱਕ ਨਹੀਂ, ਤਾਂ ਉਹਨਾਂ ਨੂੰ ਪੁੱਛਣਾ ਜ਼ਰੂਰ ਬਣਦਾ ਕਿ ਤੁਸੀਂ ਕਿਸ ਬੇਸਿਸ ਤੇ ਗੱਲ ਕੀਤੀ ਸੀ। ਆਮ ਤੌਰ ਤੇ ਜਦੋਂ ਇਹ ਕੋਈ ਪੋਸਟਮਾਰਟਮ ਹੋਣਾ ਹੀ ਹੋਵੇ ਜਾਂ ਹੋਰ ਗੱਲਾਂ ਹੋਣੀਆਂ ਹੋਣ ਤੇ ਵਿਦ ਹੈਲਡ ਕੀਤੀ ਜਾਂਦੀ ਹੈ ਇਨਫੋਰਮੇਸ਼ਨ ਕਿ ਭਾਈ ਅਸੀਂ ਅਜੇ ਕੁਝ ਨਹੀਂ ਕਹਿ ਸਕਦੇ, ਰਿਪੋਰਟ ਆਉਣ ਦਿਓ ਫਿਰ ਦੱਸਾਂਗੇ। ਪਰ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਸ਼ੱਕੀ ਹੈ। ਪਰਿਵਾਰ ਅਜੇ ਕਹਿ ਰਿਹਾ ਕਿ ਇਹ ਵਿਅਕਤੀ ਸਿਰਫ ਮੋਹਰਾ ਹੈ। ਇਹ ਜਿਹੜਾ ਸਾਹਮਣੇ ਹੈ ਵੱਡੀ ਰਾਜਨੀਤਿਕ ਕੋਈ ਗੇਮ ਹੈ। ਇਸ ਦੇ ਪਿੱਛੇ ਇਸ ਵਿੱਚ ਹੋਰ ਲੋਕ ਸ਼ਾਮਲ ਹੋ ਸਕਦੇ ਨੇ। ਉਹ ਕੌਣ ਨੇ, ਕਿਵੇਂ ਨੇ, ਇਹ ਜਾਂਚ ਹੁਣ ਪਰਿਵਾਰ ਦੀ ਪਹੁੰਚ ਤੇ ਹੋਵੇਗੀ ਜਾਂ ਇਸ ਨੂੰ ਜੇ ਜਿਸ ਤਰ੍ਹਾਂ ਮੈਨੂੰ ਇਨੀਸ਼ੀਅਲ ਲੱਗਾ ਸ਼ੁਰੂਆਤੀ ਦੌਰ ਦੇ ਵਿੱਚ ਕਿ ਮਾਮਲੇ ਨੂੰ ਇਕੱਠਾ ਕਰਨ ਦਾ ਜਿਹੜਾ ਕੋਸ਼ਿਸ਼ ਹੈ ਕੀਤੀ ਗਈ ਹੈ ਕਿ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੇ ਇਸ ਤਰ੍ਹਾਂ ਹੁੰਦੀ ਰਹੀ ਤਾਂ ਫਿਰ ਕੁਝ ਵੀ ਸਾਹਮਣੇ ਨਹੀਂ ਆਉਣਾ। ਜੀ ਹੁਣ ਗੱਲ ਅਸੀਂ ਕੇਜਰੀਵਾਲ ਦੀ ਕਰ ਲਈਏ, ਕਾਫੀ ਹੌਸਲੇ 'ਚ ਨਜ਼ਰ ਆ ਰਹੇ ਨੇ ਤੇ ਮੋਦੀ ਹਕੂਮਤ ਦੇ ਨਾਲ ਆਡਾ ਵੀ ਲਾਉਂਦੇ ਫਿਰਦੇ ਨੇ। ਪਰ ਅੱਜ ਉਹਨਾਂ ਨੇ ਇੱਕ ਬਹੁਤ ਵੱਡਾ ਦਾਅਵਾ ਕਰਤਾ। ਉਹ ਕਹਿੰਦੇ ਵੀ ਕਈ ਕਰੋੜ ਖਰਚ ਕੇ ਸਾਡੇ ਕਈ ਵਿਧਾਇਕਾਂ ਨੂੰ ਆਪਣੇ ਵੱਲ ਖਿੱਚਣ ਦੀ, ਤੋੜਨ ਦੀ ਕੋਸ਼ਿਸ਼ ਕੀਤੀ ਗਈ। ਕੀ ਇਹ ਦਾਅਵਾ ਸੱਚਾ ਹੈ? ਸੱਚਾ ਹੈ ਜਾਂ ਨਹੀਂ ਹੈ ਇਹ ਕੇਜਰੀਵਾਲ ਜਾਣਦੇ ਨੇ ਤੇ ਜਾਂ ਉਹਨਾਂ ਦੇ ਵਿਧਾਇਕ ਜਾਣਦੇ ਨੇ ਤੇ ਜਾਂ ਭਾਜਪਾ ਵਾਲੇ ਜਾਣਦੇ ਨੇ। ਹੁਣ ਗੱਲ ਇਹ ਹੈ ਕਿ ਆਫਰ ਕਿਸ ਨੇ ਦਿੱਤੀ ਹੈ, ਕੀ ਖੁੱਲੀ ਆਫਰ ਹੈ, ਕੀ ਉਹਨਾਂ ਕੋਲ ਕੋਈ ਇਸ ਤਰ੍ਹਾਂ ਦੇ ਸਬੂਤ ਨੇ, ਕੀ ਇਹ ਜਿਹੜੇ ਪਿਛਲੇ ਦਿਨਾਂ ਵਿੱਚ ਰੇਡਸ ਵਗੈਰਾ ਪਈਆਂ ਸੀਬੀਆਈ ਦੀਆਂ ਕੋਈ ਉਹਨਾਂ ਦਾ ਕੋਈ ਨਤੀਜਾ ਹੈ? ਕਿਉਂਕਿ ਬਾਰ-ਬਾਰ ਉਸੇ ਪੈਟਰਨ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ। ਦਿੱਲੀ ਅਸੈਂਬਲੀ ਦਾ ਸਵਲੀਨ ਜਿਹੜਾ ਕੇਸ ਆ 70 ਸੀਟਾਂ ਨੇ। 70 ਸੀਟਾਂ ਦੇ ਵਿੱਚੋਂ 62 ਦੇ ਉੱਪਰ ਜਿਹੜਾ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ ਜੀ ਜੀ ਤੇ 8 ਕੁ ਵਿਧਾਇਕ ਜਿਹੜੇ ਨੇ ਉਹ ਬੀਜੇਪੀ ਦੇ ਕੋਲ ਨੇ ਤੇ ਬਾਕੀਆਂ ਦਾ ਕੰਮ ਗੋਲ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜੇ ਉਹ ਦਿੱਲੀ ਦੇ ਵਿਧਾਇਕਾਂ ਦੀ ਗੱਲ ਹੈ, ਇੱਕ ਤਾਂ ਇਸ ਵਿੱਚ ਪੰਜਾਬ ਦਾ ਨਹੀਂ ਸ਼ਾਮਲ ਹੈ। ਉਹਨਾਂ ਨੇ ਮੀਟਿੰਗ ਸੱਦੀ ਸੀ, ਮੀਟਿੰਗ ਵਿੱਚ ਕੁਝ ਵਿਧਾਇਕ ਗੈਰ ਹਾਜ਼ਰ ਦੱਸੇ ਗਏ ਤੇ ਉਹਨਾਂ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਇੱਕ ਜੇਲ੍ਹ ਵਿੱਚ ਹੈ, ਕੋਈ ਵੀਡੀਓ ਕਾਲ ਦੇ ਜ਼ਰੀਏ ਆਇਆ, ਕੋਈ ਕਿਸੇ ਤਰੀਕੇ ਆਇਆ। ਪਰ ਜਿਹੜੇ ਗੈਰ ਹਾਜ਼ਰ ਦੱਸੇ ਗਏ ਉਹਨਾਂ ਬਾਰੇ ਸ਼ੱਕ ਸ਼ੁਬਾ ਖੜੇ ਹੁੰਦੇ ਨੇ ਕਿ ਕੁਝ ਨਾ ਕੁਝ ਤੇ ਦਾਲ ਵਿੱਚ ਕਾਲਾ ਹੈ। ਜਾਂ ਉਹ ਵੈਸੇ ਹੀ ਬੀਜੇਪੀ ਵਿੱਚ ਸ਼ਿਫਟ ਹੋਣਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਵਾਕਈ ਕੋਈ ਆਫਰ ਹੋਈ ਹੈ, ਕੀ ਪੈਸੇ ਦੀ ਹੋਈ ਹੈ, ਕਿਵੇਂ ਹੋਈ ਹੈ, ਇਸ ਗੱਲ ਦਾ ਨਹੀਂ ਪਤਾ। ਪਰ ਕੇਜਰੀਵਾਲ ਦਾ ਇਹ ਜਿਹੜਾ ਇਲਜ਼ਾਮ ਹੈ ਭਾਜਪਾ ਤੇ, ਇਸ ਦਾ ਜਵਾਬ ਤੇ ਭਾਜਪਾ ਵਾਲੇ ਜ਼ਰੂਰ ਦੇਣਗੇ ਮੇਰਾ ਖਿਆਲ ਹੈ। ਕਿਸੇ ਤਰ੍ਹਾਂ ਚੁੱਪ ਬੈਠਣ ਵਾਲੇ ਤੇ ਉਹ ਨਹੀਂ। ਪਰ ਉਹਨਾਂ ਨੇ ਗੱਲ ਜਿਹੜੀ ਕੀਤੀ ਕਿ ਬੁਖਲਾ ਗਏ ਨੇ ਮੇਰਾ ਸਭ ਤੋਂ ਵਧੀਆ ਬੰਦਾ, ਉਹਨਾਂ ਨੇ ਉਸ ਤੇ ਕਾਬੂ ਪਾਉਣ ਦਾ ਯਤਨ ਕੀਤਾ, ਘਰ ਚੋਂ ਲੱਭਿਆ ਕੁਛ ਨਹੀਂ ਹੈ, ਝੂਠੀ FIR ਦਰਜ ਕੀਤੀ ਗਈ ਆ। ਸਾਰੀਆਂ ਗੱਲਾਂ ਜਿਹੜੀਆਂ ਹੋਈਆਂ, ਬੜੀ ਛੋਟੀ ਜਿਹੀ ਮੀਟਿੰਗ ਉਹਨਾਂ ਦੇ ਵਿਧਾਇਕਾਂ ਦੀ ਹੋਈ ਹੈ, ਪਰ ਉਹਨਾਂ ਵਿੱਚੋਂ ਥੋੜੇ ਕੁ ਗੈਰ ਹਾਜ਼ਰ ਪਾਏ ਗਏ। ਜੇ ਇੱਕ ਮਿੰਟ ਲਈ ਮੰਨ ਵੀ ਲਈਏ ਕਿ 70 ਵਿਧਾਇਕਾਂ ਦੀ ਅਸੈਂਬਲੀ ਦੇ ਵਿੱਚੋਂ 62 ਤੇ ਆਮ ਆਦਮੀ ਪਾਰਟੀ ਦੇ ਕੋਲ ਨੇ, 36 ਜਾਂ ਉਹਨਾਂ ਨੂੰ 36 ਵਿਧਾਇਕਾਂ ਦੀ ਲੋੜ ਹੈ ਮੈਜੋਰਟੀ ਵਾਸਤੇ, ਜਿਸ ਦੇ ਵਿੱਚੋਂ 20 ਉਹ ਲੈ ਵੀ ਜਾਣ ਤੇ ਭਾਜਪਾ ਦਾ ਇਸ ਨਾਲ ਕੀ ਸਵਾਰ ਹੋਣਾ, ਭਾਜਪਾ ਨੂੰ ਕੀ ਫਾਇਦਾ ਹੋਵੇਗਾ। 2020 ਚ ਇਲੈਕਸ਼ਨ ਹੋਈ ਆ, ਜੇ 25 ਚ ਹੋਣੀ ਆ, 3 ਸਾਲ ਅਜੇ ਬਾਕੀ ਨੇ, ਚਲੋ ਥੋੜੇ ਵੀ ਲਾ ਲਓ, ਘੱਟ ਲਾ ਲਓ, ਪਰ ਗੱਲ ਇਹ ਹੈ ਕਿ ਉਸ ਨਾਲ ਭਾਜਪਾ ਨੂੰ ਹਾਸਲ ਕੀ ਹੋਵੇਗਾ। ਕੀ ਇਸ ਤਰ੍ਹਾਂ ਉਹ ਵਿਧਾਇਕ ਤੋੜ ਕੇ ਕੇਜਰੀਵਾਲ ਦੀ ਸਰਕਾਰ ਤੋੜ ਸਕਦੇ ਨੇ, ਜਾਂ ਉਹ ਇਹਨਾਂ ਵਿਧਾਇਕਾਂ ਦੇ ਬਲਬੂਤੇ ਤੇ ਕਿਸੇ ਹੋਰ ਪਾਸਿਓਂ ਜੋੜ ਤੋੜ ਕਰਕੇ ਸਰਕਾਰ ਬਣਾ ਸਕਦੇ ਨੇ? ਫੇਰ ਵੀ ਫਰਕ ਰਹਿ ਜਾਂਦਾ। ਹੁਣ ਗੱਲ ਇਹ ਹੈ ਕਿ ਜੇ ਕੇਜਰੀਵਾਲ ਦੀ ਗੱਲ ਸੱਚੀ ਵੀ ਹੋਵੇ ਤੇ ਭਾਜਪਾ ਅਜਿਹਾ ਕਰਕੇ ਕੀ ਹਾਸਲ ਕਰ ਲਵੇਗੀ? ਕੀ ਉਹਨਾਂ ਕੋਲ, ਸਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਤੇ ਭਾਜਪਾ ਕੋਲ ਹੀ ਨਹੀਂ ਪਹਿਲੇ। ਹਾਂ, ਵਿਧਾਨ ਸਭਾ ਦੀ ਜਦੋਂ ਅਸੀਂ ਗੱਲ ਕਰਦੇ ਅਸੈਂਬਲੀ ਦੀ, ਉੱਥੇ ਕਬਜ਼ਾ ਜਿਹੜਾ ਹੈ ਆਮ ਆਦਮੀ ਪਾਰਟੀ ਦਾ। ਸੋ ਇਹ ਗੱਲ ਪਹਿਲੀ ਨਜ਼ਰੇ ਜਿਹੜੀ ਹੈ ਉਹ ਇਸ ਤਰ੍ਹਾਂ ਲੱਗਦੀ ਜਿਵੇਂ ਇਲਜ਼ਾਮ ਤਰਾਸ਼ੀ ਹੋਵੇ, ਕਿਉਂਕਿ ਸਬੂਤ ਕੋਈ ਨਹੀਂ ਦਿੱਤਾ ਗਿਆ, ਕੋਈ ਗੱਲ ਸਪੈਸੀਫਿਕਲੀ ਕੋਈ ਨਹੀਂ ਆਖੀ ਕਿ ਕਿਸ ਨੂੰ ਆਫਰ ਹੋਈ ਹੈ, ਕੌਣ ਬੰਦਾ ਸੀ ਆਫਰ ਕਰਨ ਵਾਲਾ, 20 ਕਰੋੜ ਇੱਕ ਵਿਅਕਤੀ ਨੂੰ, 40 ਕਰੋੜ ਇੱਕ ਵਿਅਕਤੀ ਨੂੰ ਕੌਣ ਦੇਵੇਗਾ, ਕਿੱਥੋਂ ਦੇਵੇਗਾ। ਇਹ ਸਾਰੀਆਂ ਫੈਕਟਸ ਐਂਡ ਫਿਗਰ ਦੀ ਕੋਈ ਡਿਟੇਲ ਉਹਨਾਂ ਨੇ ਨਹੀਂ ਦਿੱਤੀ ਹੈ। ਪਰ ਹਾਂ, ਕਈ ਵਾਰੀ ਇਹ ਪੋਲੀਟੀਕਲ ਇਸ ਨੂੰ ਇੱਕ ਚਾਲ ਦੇ ਤੌਰ ਤੇ ਮੈਂ ਇਸ ਨੂੰ ਵੇਖਦਾ ਕਿ ਜਦੋਂ ਐਪਰੀਹੈਂਸ਼ਨ ਹੋਵੇ ਨਾ ਕਿਸੇ ਚੀਜ਼ ਦਾ, ਉਹਨਾਂ ਨੂੰ ਲੱਗਦਾ ਹੋਵੇ ਕਿ ਹਾਂ ਕੁਝ ਨਾ ਕੁਝ ਹੋ ਸਕਦਾ ਹੈ ਭਾਈ, ਕੁਝ ਨਿਕਲ ਸਕਦਾ ਹੈ ਵਿੱਚੋਂ, ਤੇ ਫਿਰ ਮੇਰਾ ਖਿਆਲ ਹੈ ਕਿ ਉਹ ਪਹਿਲਾਂ ਹੀ ਸੋਚ ਕੇ ਜਿਹੜਾ ਹੈ ਇਸ ਤਰ੍ਹਾਂ ਦੀ ਗੱਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿ ਆਹ ਦੇਖੋ ਕਿਤੇ ਇਸ ਤਰ੍ਹਾਂ ਕੋਈ ਸਾਡਾ ਵਿਧਾਇਕ ਜਾਂਦਾ ਤੇ ਫਿਰ ਉਹਦਾ ਮਤਲਬ ਆਹ ਸਮਝਿਆ ਜਾਵੇ ਕਿ ਇਹਨੂੰ ਇੰਨੀ ਆਫਰ ਹੋਈ ਸੀ ਤੇ ਇਸ ਕਰਕੇ ਛੱਡ ਕੇ ਚਲਾ ਗਿਆ।
ਸੋ ਮੈਨੂੰ ਲੱਗਦਾ ਕਿ ਉਸ ਤਰ੍ਹਾਂ ਦੀ ਕਹਾਣੀ ਹੈ। ਥੋੜ੍ਹਾ ਹੀ ਬਹੁਤ ਉਹਨਾਂ ਨੂੰ ਸ਼ੱਕ ਹੈ ਕੇਜਰੀਵਾਲ ਨੂੰ ਕਿ ਉਹਨਾਂ ਦਾ ਕੋਈ ਨਾ ਕੋਈ ਵਿਧਾਇਕ ਛੱਡ ਕੇ ਜਾ ਸਕਦਾ ਹੈ। ਜੋੜ ਤੋੜ ਸਿਆਸਤ ਦੇ ਵਿੱਚ ਹੁੰਦੇ ਰਹਿੰਦੇ ਨੇ, ਕੋਈ ਵੱਡੀ ਗੱਲ ਨਹੀਂ ਹੈ। ਪੰਜਾਬ ਦੇ ਵਿੱਚੋਂ ਕਿੰਨੇ ਲੋਕ ਭਾਜਪਾ 'ਚ ਪਹੁੰਚ ਗਏ ਨੇ। ਬਿਲਕੁਲ। ਅਕਾਲੀ ਦਲ ਦੇ ਖਸਮ ਖਾਸ ਲੋਕ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਦਿੱਲੀ ਦੇ ਵਿੱਚ ਬੈਠੇ ਹੋਏ ਨੇ। ਇਹ ਕੋਈ ਵੱਡੀ ਗੱਲ ਨਹੀਂ ਹੈ। ਜਦੋਂ ਹੁਣ ਅਸਲੀ ਜਿਹੜਾ ਸਭ ਤੋਂ ਜਿਹੜੀਆਂ ਮੋਟੀਆਂ ਧੁਣਾ ਹੁਣ ਆਉਣੀਆਂ ਨੇ ਉਹ ਲੋਕ ਸਭਾ ਦੀਆਂ ਨੇ, ਉਹ ਸਟੇਟਾਂ ਦੀ ਵੀ ਹਨ, ਹਿਮਾਚਲ ਪ੍ਰਦੇਸ਼ ਹੈ, ਗੁਜਰਾਤ ਹੈ, ਹੋਰ ਕਈ ਜਗ੍ਹਾ ਵੀ ਹਨ। ਪਰ ਓਵਰਆਲ ਵੱਡਾ ਧਿਆਨ ਜਿਹੜਾ ਹੈ ਉਹ ਲੋਕ ਸਭਾ ਚੋਣਾਂ ਨੂੰ ਲੈ ਕੇ ਹੋ ਸਕਦਾ। ਤੇ ਹੋ ਸਕਦਾ ਭਾਜਪਾ ਵਾਲਿਆਂ ਨੇ ਕਿਸੇ ਨੂੰ ਇਹ ਕਹਿ ਦਿੱਤਾ ਹੋਵੇ ਕਿ ਭਾਈ ਤੁਹਾਨੂੰ ਸੀਟ ਵਗੈਰਾ ਜਾਂ ਕੋਈ ਹੋਰ ਚੀਜ਼ ਆਫਰ ਕਰਦੇ ਹਾਂ ਅਸੀਂ, ਉਸ ਹਿਸਾਬ ਨਾਲ ਕੋਈ ਗੱਲ ਹੋਈ ਹੋਵੇ। ਪਰ ਇਸ ਵਿੱਚ ਕੋਈ ਬਹੁਤ ਜ਼ਿਆਦਾ ਕੋਈ ਡਿਟੇਲ ਔਰ ਕੇਜਰੀਵਾਲ ਨੇ ਨਹੀਂ ਦਿੱਤੀ। ਹਾਂ, ਉਹਨਾਂ ਦੀ ਆਪਣੀ ਇੱਕ ਖਦਸ਼ਾ ਜਿਹੜਾ ਹੁੰਦਾ ਨਾ ਕਿ ਉਹਨਾਂ ਨੂੰ ਹੋ ਸਕਦਾ ਹੈ ਕਿ ਉਹਨਾਂ ਕੋਲ ਕੋਈ ਜੋੜ ਤੋੜ ਕਰਕੇ ਆਸੇ ਪਾਸੇ ਜਾ ਸਕਦਾ। ਪਰ ਉਹ ਜਿਹੜੇ ਵਿਧਾਇਕ ਗੈਰ ਹਾਜ਼ਰ ਰਹੇ ਨੇ, ਹੋ ਸਕਦਾ ਉਹਨਾਂ ਤੇ ਕੋਈ ਆਉਣ ਵਾਲੇ ਦਿਨਾਂ 'ਚ ਖਬਰ ਆਵੇ। ਜੀ, ਇਸ ਵੇਲੇ ਪ੍ਰੋਗਰਾਮ 'ਚ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਹੋ ਚੁੱਕਾ ਹੈ ਤੇ ਵਾਪਸ ਆ ਕੇ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਸੀਂ 5 ਮਹੀਨੇ ਹੋ ਗਏ ਲਗਾਤਾਰ ਸੁਣ ਰਹੇ ਆਮ ਆਦਮੀ ਪਾਰਟੀ ਨੇ ਆਹ ਘਪਲਾ ਨਸ਼ਰ ਕਰਤਾ, ਘੁਟਾਲਾ ਨਸ਼ਰ ਕਰਤਾ, ਪਰ ਹੁਣ ਸੁਖਬੀਰ ਸਿੰਘ ਬਾਦਲ ਨੇ ਇੱਕ ਘਪਲਾ ਦੱਸਿਆ ਆਮ ਆਦਮੀ ਪਾਰਟੀ ਵੱਲ ਉਹਨਾਂ ਨੇ ਉਂਗਲ ਕੀਤੀ ਹੈ। ਕੀ ਸੱਚੀ ਸੱਚ ਬੋਲ ਰਹੇ ਨੇ ਸੁਖਬੀਰ ਸਿੰਘ ਬਾਦਲ? ਸੁਖਬੀਰ ਸਿੰਘ ਬਾਦਲ ਕਿੰਨਾ ਕੁ ਸੱਚ ਬੋਲ ਰਹੇ ਨੇ ਇਸ ਗੱਲ ਦਾ ਤਾਂ ਨਹੀਂ ਪਤਾ। ਉਹਨਾਂ ਨੇ ਇਲਜ਼ਾਮ ਬੜਾ ਵੱਡਾ ਲਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ। ਇਸ ਵਿੱਚ ਜਿਹੜੇ ਨੇ ਲਾਇਸੈਂਸ, ਜਿਹੜੀ ਸ਼ਰਾਬ ਦਾ ਜਿਹੜੀ ਪਾਲਿਸੀ ਹੈ ਨਾ, ਐਕਸਾਈਜ਼ ਪਾਲਿਸੀ ਜਾਂ ਸ਼ਰਾਬ ਦੀ ਲੋਕਾਂ ਦੇ ਮੂੰਹ ਤੱਕ ਪਹੁੰਚਾਉਣ ਦਾ ਸਿਲਸਿਲਾ ਜਿਹੜਾ ਹੈ ਉਹ ਬੜਾ ਗੁੰਝਲਦਾਰ ਰਿਹਾ ਕਈ ਸਾਲਾਂ ਤੋਂ। ਇਸ ਵਿੱਚ ਜਿਹੜੇ ਮੈਨੂਫੈਕਚਰਰ ਨੇ, ਜਿਹੜੇ ਪ੍ਰੋਡਿਊਸ ਕਰਦੇ ਨੇ, ਇੱਕ ਉਹ ਨੇ, ਫਿਰ ਉਸ ਤੋਂ ਅੱਗੇ ਜਿਹੜੇ ਨੇ ਹੋਲ ਡਿਸਟਰੀਬਿਊਟਰ ਹੁੰਦੇ ਨੇ, L1 ਦਾ ਲਾਇਸੈਂਸ ਜਿਹਨਾਂ ਦਿੱਤਾ ਹੁੰਦਾ, ਫਿਰ ਅੱਗੇ ਛੋਟੇ ਠੇਕੇਦਾਰ ਆ ਜਾਂਦੇ ਨੇ। ਹੁਣ ਉਹ ਵੱਡੇ ਠੇਕੇਦਾਰ ਜਿਹੜੇ L1 ਲਾਇਸੈਂਸ ਵਾਲੇ, ਉਹਨਾਂ ਦੇ ਬਾਰੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦਾ ਕਮਿਸ਼ਨ ਦੁੱਗਣਾ ਕਰ ਦਿੱਤਾ ਗਿਆ। ਫਲਾਣੇ ਹੋਟਲ ਦੇ ਵਿੱਚ ਮੀਟਿੰਗ ਹੋਈ ਹੈ, ਉੱਥੇ ਅੰਦਰ ਖਾਤੇ ਕੁਝ ਨਾ ਕੁਝ ਹੋਇਆ ਹੈ, ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਗਈ ਹੈ। ਪਹਿਲਾਂ ਅਸੀਂ ਇੰਨਿਆਂ ਨੂੰ ਦਿੰਦੇ ਸੀ, ਹੁਣ ਇੰਨਿਆਂ ਨੂੰ ਦੇ ਦਿੱਤਾ ਗਿਆ। ਇਹ ਚਲੋ ਉਹਨਾਂ ਦੀ ਗੱਲ ਸੱਚੀ ਵੀ ਹੋ ਸਕਦੀ, ਪਰ ਸਾਨੂੰ ਇੰਤਜ਼ਾਰ ਕਰਨਾ ਪਏਗਾ ਆਮ ਆਦਮੀ ਪਾਰਟੀ ਦੇ ਜਵਾਬ ਦਾ ਕਿ ਉਹ ਇਸ ਬਾਰੇ ਕੀ ਕਹਿੰਦੇ ਨੇ। ਫਿਰ ਉਹਨਾਂ ਨੇ ਜਿਹੜੀ ਗੱਲ ਇੱਕ ਅਗਲੀ ਕਰਦੇ ਨੇ ਸੁਖਬੀਰ ਸਿੰਘ ਬਾਦਲ, ਜਿਵੇਂ ਕਿ ਆਮ ਤੌਰ ਤੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਉਹਨਾਂ ਦੇ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਸਰਕਾਰ ਦੀ ਅਸੀਂ ਕਿਸੇ ਗੱਲ ਤੇ ਖਿਚਾਈ ਕਰਨੀ ਹੈ, ਤੇ ਉਹ ਇੱਕ ਬ੍ਰੋਕਨ ਜਿਹਾ ਇੱਕ ਉਸ ਦੇ ਵਿੱਚ ਜਿਹੜਾ ਸਿਸਟਮ ਹੁੰਦਾ ਹੈ, ਆਫ ਦਾ ਰੈਕਡ ਉਹਨਾਂ ਨੇ ਗੱਲ ਜਿਹੜੀ ਕਰਨੀ ਹੁੰਦੀ ਹੈ, ਜਿਸ ਦਾ ਕੋਈ ਬਹੁਤਾ ਮੀਨਿੰਗ ਨਹੀਂ ਹੁੰਦਾ। ਉਹ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਦੇਖੋ ਜੀ, ਦਿੱਲੀ ਵਿੱਚ ਐਕਸਾਈਜ਼ ਪਾਲਿਸੀ ਇਹਨਾਂ ਦੀ ਜਿਹੜੀ ਬੰਦੇ ਬਣਾਉਂਦੇ ਸੀ, ਉਹੀ ਬੰਦੇ ਲਿਆ ਕੇ ਇੱਥੇ ਬਿਠਾ ਦਿੱਤੇ ਨੇ ਤੇ ਉਹਨਾਂ ਨੇ ਇਹ ਪਾਲਿਸੀ ਬਣਾ ਦਿੱਤੀ ਹੈ। ਇੱਕ ਪਾਸੇ ਤੇ ਉਹ ਕਹਿ ਰਹੇ ਨੇ ਕਿ ਘਪਲਾ ਹੋਇਆ, ਘਪਲੇ ਨੂੰ ਕਹਿ ਸਕਦੇ ਨੇ, ਉਹ ਇੱਕ ਤਰ੍ਹਾਂ ਦਾ ਇਲਜ਼ਾਮ ਹੈ। ਉਹ ਸ਼ਾਇਦ ਸ਼ਾਰਟ ਰੁਕੇ ਵੀ ਹੁਣ ਇਸ ਤੋਂ ਪਿੱਛੇ ਰੁਕ ਗਏ ਹੋਣ ਕਿ ਘਪਲਾ ਨਾ ਕਿਹਾ ਹੋਵੇ। ਦੂਸਰੇ ਪਾਸੇ ਉਹ ਕਹਿ ਰਹੇ ਨੇ ਕਿ ਉਹ ਦਿੱਲੀ ਵਾਲੀ ਪਾਲਿਸੀ ਹੈ। ਹੁਣ ਦਿੱਲੀ ਵਾਲੀ ਪਾਲਿਸੀ ਗਲਤ ਹੈ, ਠੀਕ ਹੈ, ਤਾਂ ਪਤਾ ਲੱਗ ਜਾਵੇਗਾ, ਪਰ ਪਾਲਿਸੀ ਤੇ ਕਿਤੇ ਦੀ ਵੀ ਹੋ ਸਕਦੀ ਹੈ। ਹੁਣ ਐਕਸਾਈਜ਼ ਦੇ ਮਾਮਲੇ ਦੇ ਵਿੱਚ ਕੀ ਸੁਖਬੀਰ ਸਿੰਘ ਬਾਦਲ ਇਹ ਦੱਸ ਸਕਦੇ ਨੇ ਕਿ ਉਹਨਾਂ ਦੀ ਸਰਕਾਰ ਦੇ ਵੇਲੇ ਸਾਰੇ ਜਦੋਂ ਰੌਲਾ ਪਾ ਰਹੇ ਸੀ ਕਿ ਨਜਾਇਜ਼ ਸ਼ਰਾਬ ਜਿਹੜੀ ਵਿਕਦੀ ਹੈ, ਜਿਹੜੀ ਫੈਕਟਰੀਆਂ ਤੋਂ ਸਿੱਧੀ ਲੋਕਾਂ ਤੱਕ ਟਰੱਕਾਂ ਦੇ ਟਰੱਕ ਪਹੁੰਚ ਜਾਂਦੇ ਨੇ, ਤੇ ਆਮ ਲੋਕ ਜਿਹੜੇ ਇਸ ਕਿਸਮ ਦਾ ਕੰਮ ਕਰਦੇ ਸੀ ਉਹ ਕਹਿੰਦੇ ਸੀ ਕਿ ਤੁਸੀਂ ਇੱਕ ਟਰੱਕ ਵੇਚ ਲਓ ਤੇ ਤੁਹਾਨੂੰ 15 ਲੱਖ ਰੁਪਈਆ ਜੇਬ ਦੇ ਵਿੱਚ ਪੈ ਜਾਂਦਾ। ਤੇ ਉਹ ਕਿੰਨੇ ਲੋਕਾਂ ਨੇ ਕੰਮ ਕੀਤਾ ਸ਼ਰੇਆਮ। ਉਹ ਵਿਧਾਇਕਾਂ ਦੀ ਮਿਲੀ ਭੁਗਤ ਦੇ ਨਾਲ ਪੁਲਿਸ ਵਾਲੇ ਵੀ ਨਾਲ ਉਸ ਵਿੱਚ ਸ਼ਾਮਲ ਹੋ ਗਏ, ਬਹੁਤ ਸਾਰੇ ਕਿਸਮ ਦੇ ਲੋਕ ਸ਼ਾਮਲ ਹੋ ਗਏ। ਗੁੰਡਾਗਰਦੀ ਦਾ ਮਾਹੌਲ ਜਿਹੜਾ ਸਿਰਜਿਆ ਗਿਆ, ਉਸ ਵਾਸਤੇ ਜ਼ਿੰਮੇਵਾਰ ਕੌਣ ਹੈ? ਹੁਣ ਪਿਛਲੀਆਂ ਗੱਲਾਂ ਦਾ ਹਿਸਾਬ ਕਿਤਾਬ ਤੇ ਸੁਖਬੀਰ ਸਿੰਘ ਬਾਦਲ ਸ਼ਾਇਦ ਦੇਣਗੇ ਨਹੀਂ, ਪਰ ਉਹਨਾਂ ਨੇ ਇਹ ਇੱਕ ਗੱਲ ਕੀਤੀ ਕਿ ਜਿਹੜੇ L1 ਦਿੱਲੀ ਦੇ ਵਿੱਚ ਵੱਡੇ ਠੇਕੇਦਾਰ ਨੇ, ਡਿਸਟਰੀਬਿਊਟਰ ਨੇ, ਉਹੀ ਪੰਜਾਬ 'ਚ ਲਿਆ ਕੇ ਬਿਠਾ ਦਿੱਤੇ ਨੇ। ਉਹਨਾਂ ਦੀ ਦੂਸਰੀ ਫਰਮ ਜਿਹੜੀ ਹੈ ਉਹ ਕੋਈ ਹੈ ਜਿਹੜੀ ਉਹ ਵੀ ਉੱਥੇ ਦੀ ਹੈ, ਦਿੱਲੀ ਦੀ ਹੈ, ਪੰਜਾਬ ਦੇ ਲੋਕਾਂ ਤੋਂ ਖੋਹ ਲਿਆ ਗਿਆ, ਪੰਜਾਬ ਦੇ ਠੇਕੇਦਾਰ ਵਿਹਲੇ ਹੋ ਗਏ ਨੇ। ਦਾਅਵਾ ਇਹ ਹੈ ਸੁਖਬੀਰ ਦਾ ਕਿ ਚੰਡੀਗੜ੍ਹ ਦੇ ਹਯਾਤ ਹੋਟਲ ਦੇ 5ਵੇਂ ਫਲੋਰ ਤੇ ਜਿਹੜੀ ਹੈ ਇਸ ਵਿੱਚ ਇੱਕ ਮੀਟਿੰਗ ਹੋਈ। ਉਸ ਵਿੱਚ ਪਲਾਨਿੰਗ ਤੋਂ ਬਾਅਦ ਦਿੱਲੀ ਦੇ ਵਿੱਚ 30 ਮਈ ਤੇ 6 ਜੂਨ ਨੂੰ ਫਿਰ ਮੀਟਿੰਗ ਹੋਈ ਹੈ। ਇਸ ਵਿੱਚ ਇਸ ਤਰ੍ਹਾਂ ਦਾ ਕੋਈ ਘਾਲਾ ਕੀਤਾ ਗਿਆ। ਮੀਟਿੰਗ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਸ਼ਾਮਲ ਲੋਕ ਨੇ ਉਹਨਾਂ ਦੀ ਕਾਲ ਡਿਟੇਲ ਕੱਢ ਲਓ, ਹੋਰ ਡਿਟੇਲ ਕੱਢ ਲਓ। ਇੰਨਾ ਕੁ ਉਹਨਾਂ ਨੇ ਦਿੱਤਾ। CCTV ਫੁਟੇਜ ਵੀ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਉਹਨੂੰ ਕਬਜ਼ੇ 'ਚ ਲੈ ਕੇ ਤੇ CBI ਤੋਂ ਜਾਂਚ ਇਸ ਦੀ ਜਿਹੜੀ ਆ ਹੋਣੀ ਚਾਹੀਦੀ ਹੈ। ਜੀ,
ਇਹ ਗੱਲਾਂ ਉਹਨਾਂ ਦੀਆਂ ਵੇਗ ਜਿਹੀਆਂ ਨੇ, ਪਰ ਪਹਿਲਾਂ ਦੇਖਣਾ ਪਵੇਗਾ ਕਿ ਇਸ ਦਾ ਆਮ ਆਦਮੀ ਪਾਰਟੀ ਜਵਾਬ ਕੀ ਦਿੰਦੀ ਹੈ। ਹੂੰ ਜੇ ਵਾਕਿਆ ਇਸ ਦੇ ਵਿੱਚ ਕੁਝ ਹੈ ਤੇ ਫਿਰ ਜਵਾਬ ਤੇ ਹੋਣਾ ਵੀ ਪਵੇਗਾ। ਪਰ ਸੁਖਬੀਰ ਸਿੰਘ ਬਾਦਲ ਜਿਸ ਸਿਆਸੀ ਉਥਲ-ਪੁਥਲ ਦੇ ਵਿੱਚੋਂ ਗੁਜ਼ਰ ਰਹੇ ਨੇ, ਮੇਰਾ ਖਿਆਲ ਹੈ ਕਿ ਉਹਨਾਂ ਨੂੰ ਕਿਸੇ ਵੱਡੇ ਮੁੱਦੇ ਦੀ ਲੋੜ ਹੈ। ਇਹਨਾਂ ਮੁੱਦਿਆਂ ਨਾਲ ਉਹਨਾਂ ਦੀ ਗੱਲ ਅਜੇ ਬਣਨੀ ਨਹੀਂ। ਤੇ ਖਬਰ ਇੱਕ ਹੋਰ ਹੈ ਜੀ ਸੁਖਬੀਰ ਦੇ ਨਾਲ ਜੁੜੀ ਹੋਈ, ਕੋਟਕਪੂਰਾ ਗੋਲੀकांड 'ਚ ਸਿੱਟ ਨੇ 30 ਨੂੰ ਸੱਦ ਲਿਆ, ਕਹਿੰਦੇ ਦੁਬਈ ਤੋਂ ਆ ਗਿਆ, ਹੁਣ ਇੱਧਰ ਨੂੰ ਆ। 30 ਅਗਸਤ ਨੂੰ ਉਹਨਾਂ ਨੂੰ ਸੱਦ ਲਿਆ ਗਿਆ ਜੀ ਕੋਟਕਪੂਰਾ ਗੋਲੀकांड ਦੇ ਵਿੱਚ। ਸਾਰਿਆਂ ਨੂੰ ਪਤਾ ਹੈ ਕਿ ਕੋਟਕਪੂਰਾ ਗੋਲੀकांड ਜਦੋਂ ਵਾਪਰਿਆ ਸੀ, ਉਸ ਤੋਂ ਬਾਅਦ ਸਰਕਾਰ ਵੀ ਬਦਲ ਗਈ ਹੈ, ਮੁੱਖ ਮੰਤਰੀ ਵੀ ਦੋ ਵਾਰੀ ਬਦਲ ਗਏ ਨੇ, ਪਰ ਉਸ ਵਿੱਚ ਕੁਝ ਹੋਇਆ ਨਾ। ਚੌਥੇ ਮੁੱਖ ਮੰਤਰੀ ਨੇ ਉਸ ਤੋਂ ਬਾਅਦ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਸੀ, ਫਿਰ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਭਗਵੰਤ ਮਾਨ ਸਰਕਾਰ ਇਸ ਮਾਮਲੇ 'ਚ ਕੀ ਕਰ ਰਹੀ ਹੈ? ਸਿੱਟ 1 2 3 ਬੈਠੀਆਂ, ਕਿਸੇ ਦੀ ਜਿਹੜੀ ਜਾਂਚ ਰਿਪੋਰਟ ਸੀ ਉਸਨੂੰ ਰੱਦ ਕਰ ਦਿੱਤਾ ਗਿਆ। ਮੈਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰ ਰਿਹਾ। ਕੁੰਵਰ ਵਿਜੇ ਪ੍ਰਤਾਪ ਅੱਜ ਫਿਰ ਬੋਲੇ ਨੇ। ਉਹਨਾਂ ਨੇ ਕਿਹਾ ਕਿ ਇਸ ਨੂੰ ਬੁਲਾਉਣਾ ਨਹੀਂ ਚਾਹੀਦਾ, ਬਲਕਿ ਗ੍ਰਿਫਤਾਰ ਕਰਨਾ ਚਾਹੀਦਾ। ਉਹ ਪੁਲਿਸ ਅਫਸਰ ਨੇ, ਸਾਬਕਾ ਉਹ ਤੇ ਪੁਲਿਸ ਕਹਿੰਦੇ ਅਫਸਰ ਸਾਰਾ ਟੱਬਰ ਕਰ ਲਓ, ਇਹਨੂੰ ਇਕੱਲੇ ਨੂੰ ਨਾ ਕਰੋ, ਸਾਰਾ ਟੱਬਰ ਅੰਦਰ ਕਰੋ। ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਇਸ ਦੀ ਜਿਹੜੀ ਜਾਂਚ ਹੈ ਵਿੱਚ ਵੜ ਕੇ ਕੀਤੀ ਹੋਈ ਹੈ। ਪਰ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ, ਕੁੰਵਰ ਵਿਜੇ ਪ੍ਰਤਾਪ ਵੀ ਖੁਦ ਇਹ ਗੱਲ ਮੰਨਦੇ ਨੇ ਕਿ ਉਹਨਾਂ ਦੀ ਜਾਂਚ ਨੂੰ ਅਦਾਲਤ ਨੇ ਮੂਲੋਂ ਰੱਦ ਕਰ ਦਿੱਤਾ ਸੀ, ਕਿ ਉਹਨਾਂ ਨੂੰ ਕਿਹਾ ਸੀ ਕਿ ਇਸ ਅਫਸਰ ਨੇ ਅਸੀਂ ਇੱਕ ਪਾਸੜ ਹੋ ਕੇ ਜਾਂਚ ਕੀਤੀ ਹੈ, ਇਸ ਨੂੰ ਅਸੀਂ ਐਕਸੈਪਟ ਨਹੀਂ ਕਰ ਸਕਦੇ। ਪਰ ਫਿਰ ਦੂਸਰੇ ਪਾਸੇ ਉਹਦਾ ਇਹ ਵੀ ਹੈ ਕਿ ਪੰਜਾਬ ਦੇ ਜਿਹੜੇ ਸਰਕਾਰ ਦੇ ਵਕੀਲ ਹੋਣੇ ਸੀ, ਉਹਨਾਂ ਨੇ ਕੇਸ ਨੂੰ ਪੁੱਟ ਅਪ ਨਹੀਂ ਕੀਤਾ, ਉਹ ਪੇਸ਼ ਹੀ ਨਹੀਂ ਹੋਏ ਚੰਗੀ ਤਰ੍ਹਾਂ, ਤੇ ਕੁੰਵਰ ਵਿਜੇ ਪ੍ਰਤਾਪ ਦਾ ਪੱਖ ਰੱਖਿਆ ਹੀ ਨਹੀਂ ਗਿਆ, ਜਵਾਬ ਹੀ ਨਹੀਂ ਦਿੱਤਾ ਗਿਆ ਜਦੋਂ ਸਵਾਲ ਕੋਈ ਪੁੱਛੇ ਗਏ। ਤੇ ਫਿਰ ਕੁੰਵਰ ਵਿਜੇ ਪ੍ਰਤਾਪ ਤੇ ਰਿਪੋਰਟ ਹੀ ਦਾਖਲ ਕਰ ਸਕਦੇ ਸੀ ਨਾ ਵਕੀਲ ਦੇ ਤੌਰ ਤੇ ਉਹਨਾਂ ਵੱਲੋਂ ਪੇਸ਼ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹਨਾਂ ਦੀ ਜਾਂਚ ਜਿਹੜੀ ਅਦਾਲਤ ਨੇ ਰੱਦ ਕਰ ਦਿੱਤੀ ਸੀ। ਪਰ ਕੁੰਵਰ ਵਿਜੇ ਪ੍ਰਤਾਪ ਇਹ ਵੀ ਕਹਿੰਦੇ ਨੇ ਕਿ ਮੇਰੀ ਸਾਰੀ ਜਾਂਚ ਰਿਪੋਰਟ ਨੂੰ ਭਾਵੇਂ ਕਹਿ ਦਿੱਤਾ ਗਿਆ ਹੋਵੇ ਕਿ ਇਸ ਨੂੰ ਅਸੀਂ ਮੰਨਣਾ ਨਹੀਂ ਹੈ, ਪਰ ਉਸਦੇ ਕਿਸੇ ਵੀ ਨੁਕਤੇ ਤੇ ਇੱਕ ਤੇ ਖਾਸ ਤੇ ਕਿੰਤੂ ਪਰੰਤੂ ਨਹੀਂ ਕੀਤਾ ਗਿਆ। ਹੁਣ ਕੋਟਕਪੂਰਾ ਗੋਲੀकांड ਦੀ ਜਾਂਚ ਇਹ ਹੈ ਕਿ ਧਰਨਾਕਾਰੀਆਂ ਤੇ ਮੋਰਚੇ ਵਾਲਿਆਂ ਤੇ ਸ਼ਾਂਤਮਈ ਲੋਕਾਂ ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ? ਪਹਿਲਾਂ ਵੀ ਪੇਸ਼ੀ ਹੋ ਚੁੱਕੀ ਹੈ, ਹੁਣ ਦੁਬਾਰਾ ਸੰਮਨ ਜਾਰੀ ਹੋ ਗਏ ਨੇ। ਇਹ ਸੁਮੇਧ ਸੈਣੀ ਦੀ ਵੀ ਇਸ ਤਰ੍ਹਾਂ ਲੰਬੀ ਪੁੱਛਗਿੱਛ ਹੋ ਚੁੱਕੀ ਹੈ। ਇਸ ਮਾਮਲੇ ਵਿੱਚ 2-3 ਪੁਲਿਸ ਅਫਸਰ ਫੜੇ ਵੀ ਹੋਏ ਨੇ, ਉਹਨਾਂ ਤੇ ਲੰਬਾ ਕੇਸ ਪਿਆ ਵੀ ਹੋਇਆ, ਪਰ ਜਾਂਚ ਹੀ ਚੱਲਦੀ ਰਹੇਗੀ। ਮੈਨੂੰ ਲੱਗਦਾ ਅਜੇ ਜਲਦੀ ਨਤੀਜਾ ਆਉਣ ਵਾਲਾ ਨਹੀਂ ਹੈ। ਸਰਕਾਰਾਂ ਭਾਵੇਂ ਬਦਲ ਗਈਆਂ ਨੇ, ਪਰ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋਣਾ ਪਏਗਾ ਤੇ ਫਿਰ ਉਹੀ ਕੰਮ ਸ਼ੁਰੂ ਹੋਵੇਗਾ ਜੋ ਕਾਂਗਰਸ ਦੇ ਵਿੱਚ ਹੋ ਰਿਹਾ, ਕਿ ਜਦੋਂ ਕਿਸੇ ਦੀ ਪੇਸ਼ੀ ਹੁੰਦੀ ਹੈ, ਕਿਸੇ ਨੂੰ ਬੁਲਾਇਆ ਜਾਂਦਾ, ਧਰਨੇ ਮੁਜ਼ਾਹਰੇ, ਫਿਰ ਪਾਣੀ ਦੀਆਂ ਵਿਛਾੜਾਂ। ਹੋ ਸਕਦਾ ਅਕਾਲੀ ਦਲ ਵਾਲੇ ਵੀ ਇਸ ਤਰ੍ਹਾਂ ਦਾ ਕੁਝ ਕਰਨ, ਕਿਉਂ ਬੁਲਾਇਆ ਗਿਆ? ਮੈਂ ਸਮਝਦਾ ਕਿ ਲੋਕਤੰਤਰ ਦਾ ਤਮਾਸ਼ਾ ਜਿਹਾ ਹੋਣ ਲੱਗ ਪਿਆ। ਜਦੋਂ ਕਿਸੇ ਨੂੰ ਜਾਂਚ ਲਈ ਬੁਲਾਇਆ ਜਾਂਦਾ ਤੇ ਸਹਿਯੋਗ ਦੇਣਾ ਚਾਹੀਦਾ ਇਸ ਵਿੱਚ, ਤੇ ਜੇ ਤੁਸੀਂ ਪਾਕ ਸਾਫ਼ ਹੋ ਤੇ ਫਿਰ ਤੁਹਾਨੂੰ ਹੱਥ ਖੋਣ ਲਾ ਸਕਦਾ। ਕੁੰਵਰ ਵਿਜੇ ਪ੍ਰਤਾਪ ਦਾ ਇਹ ਕਹਿਣਾ ਕਿ ਸਾਰਿਆਂ ਨੂੰ ਫੜ ਲਓ, ਮੈਨੂੰ ਲੱਗਦਾ ਕਿ ਥੋੜਾ ਜਿਹਾ ਜ਼ਿਆਦਾ ਉਹਨਾਂ ਦਾ ਇਹ ਵੱਡਾ ਬਿਆਨ ਹੈ। ਉਹ ਪੁਲਿਸ ਅਫਸਰ ਰਹੇ ਨੇ, ਤਕਨੀਕੀਆਂ ਦਾ ਉਹਨਾਂ ਨੂੰ ਪਤਾ ਹੋਵੇਗਾ ਇਸ ਤਰ੍ਹਾਂ ਫੜ ਕੇ ਵੀ ਕੀ ਹੋਣਾ। ਜਾਂਚ ਲੰਬਾ ਸਮਾਂ ਜਿਹੜੀ ਹੈ ਚੱਲੀ ਹੈ, ਇਸ ਨਾਲ ਜਾਂਚ ਜਦੋਂ ਲੰਬਾ ਸਮਾਂ ਇੰਨਾ ਜ਼ਿਆਦਾ ਪੈ ਜਾਂਦਾ, ਵਿੱਚ ਕਈ ਸਾਲ ਪੈ ਜਾਂਦੇ ਨੇ, ਫਿਰ ਉਸ ਦੇ ਕਈ ਜਿਹੜੇ ਫੈਕਟਸ ਹੁੰਦੇ ਨੇ, ਫਿਗਰਸ ਜਿਹੜੀਆਂ ਨੇ ਲੁਕ ਜਾਂਦੀਆਂ ਨੇ, ਉਸ ਵਿੱਚੋਂ ਅੱਗੇ ਪਿੱਛੇ ਹੋ ਜਾਂਦੀਆਂ ਨੇ, ਉਹ ਗੱਲ ਅਸਲ ਸਾਹਮਣੇ ਆਉਂਦੀ ਨਹੀਂ। ਸੋ ਇਹ ਗੱਲ ਮਾੜੀ ਹੈ ਇਸ ਪੱਖੋਂ, ਪਰ ਹੋਰ ਅਸੀਂ ਕਰ ਕੁਝ ਨਹੀਂ ਸਕਦੇ। ਅੱਜ ਸਾਨੂੰ ਜਾਂਚ ਦੀ ਰਿਪੋਰਟ ਤੇ ਅਦਾਲਤੀ ਕਾਰਵਾਈ ਤੇ ਹੀ ਸਾਨੂੰ ਜਿਹੜਾ ਹੈ ਉਹ ਕੁਝ ਨਾ ਕੁਝ ਵਿਸ਼ਵਾਸ ਕਰਨਾ ਪਏਗਾ। ਦੇਖਦੇ ਹਾਂ ਹੁਣ 30 ਨੂੰ ਬੀਬੇ ਬੱਚੇ ਬਣ ਕੇ ਸੁਖਬੀਰ ਬਾਦਲ ਹੋਰੀ ਸਿੱਟ ਅੱਗੇ ਜਾਂਦੇ ਨੇ ਜਾਂ ਫਿਰ ਸੱਚੇ ਸੁੱਚੇ ਹੋਣ ਲਈ ਧਰਨਾ ਲਾਉਂਦੇ ਨੇ, ਇਹ ਸਾਨੂੰ ਸਮਾਂ ਦੱਸੂਗਾ। ਪਰ ਸਾਡੇ ਪ੍ਰੋਗਰਾਮ ਦਾ ਸਮਾਂ ਅੱਜ ਇੱਥੇ ਖਤਮ ਹੋ ਗਿਆ। ਕੁਲਦੀਪ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਤੇ ਕੱਲ ਨੂੰ ਅਸੀਂ ਨਵੇਂ ਮੁੱਦਿਆਂ ਦੇ ਨਾਲ ਫਿਰ ਹਾਜ਼ਰੀ ਭਰਾਂਗੇ। ਤੁਸੀਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।